नमो चरण अरविंद। जिस मह अमृत ज्ञान है, मानक भगत वैराग। गुरु ग्रंथ साहिब उदद, बंदो कार्य अनुराग। श्री गुर शब्द कमाए जिन, जीते पंच बेकार। तिन संतन को बंदना, सिर चरणन पर तार। एक अंकारा सतगुरु, ते प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु साहिब जी। दोहरा श्री गुर पग दीपक सरस। धर कर हृदय निकेत, युगत खोज उचरों कथा। श्री बेदी कुल केत, श्री गुर पग दीपक सरस। वाहिगुरु जी का खालसा, वाहिगुरु जी की फतेह। सतगुरु गरीब नवाज धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी की साजी नवाजी गुरु प्यारे गुरु रूप साध संगत जीओ। आप गुरु की संगतां ने संध्या के समय तो ही सतगुरु अर्जन देव महाराज के पावन पवित्र स्थान विखे गुरु ग्रंथ साहिब महाराज जी के चरणों में नतमस्तक हो करके लाहा प्राप्त किया है। सच्चे पातशाह गुरु ग्रंथ साहिब महाराज जी महान तो महान अपना दर्शन दे के संगतां नूं निहाल करतार्थ कर रहे हैं। नितनेम नाल ही जो गुरु जी के सोहने दरबार दीवान सजाए जाते हैं, उन्हां दरबारां अंदर आप संगतां हाजरियां भर के लाहा प्राप्त कर रहे हो। सच्चे पातशाह धन धन श्री गुरु नानक देव महाराज जी की लड़ीवार कथा जिहड़ी आपां पढ़ सुन रहे हाँ, उस कथा का समा होया है। जिवें साध संगत जी सच्चे पातशाह गुरु नानक देव महाराज ने राय बलार नूं उपदेश किया, जो कि भाई साहब भाई संतोख सिंह वेदांत शास्त्र पढ़े हुए सी, जिस करके उन्होंने राय बलार के मुखों कहा के गुरु नानक साहब महाराज जी के मुख राहीं अपना जो वेदांत शास्त्र पढ़िया होया है वो जनाया है। उंज सतगुरु महाराज इन्नी विचार नहीं सी करते भी तू शरीर नहीं है, तू मन नहीं है, तू प्राण नहीं है, तू इंद्रिय नहीं है, तेरा स्वरूप होर है। महाराज ते नानक नदरी नदर निहाल, नदर भरी नज़र नाल ही निहाल कर देंदे सी। ये तो जो कवि साहब वेदांत शास्त्र पढ़े हुए सी उहदे मुताबक प्रसंग विद्वता वास्ते उन्होंने इत्थे अंकित किया जनाया है, जिस विच
ਗਿਆਨ ਸਾਡੇ ਲਈ ਤੇ ਬਹੁਤ ਮਹੱਤਵਪੂਰਨ ਹੈ। ਮਹਾਰਾਜ ਜੀ ਤੇ ਖਿਨ ਮਾਤਰ 'ਚ ਹੀ ਸਤਿਗੁਰ ਭਰਮ ਕੇ ਪਰਦੇ ਖੋਲੇ, ਭਰਮਾਂ ਦੇ ਪਰਦੇ ਖੋਲ੍ਹ ਦਿੰਦੇ ਸੀ ਬਚਨ ਮਾਤਰ ਕਟਾਕਸ਼ ਨਜ਼ਰ ਨਾਲ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਇੱਥੇ ਵਿਦਾਂਤ ਦਾ ਪ੍ਰਸੰਗ ਅੰਕਿਤ ਕੀਤਾ ਹੈ, ਇਸੇ ਤਰ੍ਹਾਂ ਸਾਰੀ ਕਥਾ ਵਿੱਚ ਥੋੜ੍ਹਾ ਥੋੜ੍ਹਾ ਕਿਤੇ ਨਾ ਕਿਤੇ ਆਈ ਜਾਂਦਾ ਹੈ। ਜਿੱਥੇ ਦਸਮ ਪਿਤਾ ਮਹਾਰਾਜ ਜੀ ਦੀ ਕਥਾ ਹੁੰਦੀ ਹੈ, ਉੱਥੇ ਪੰਜਵੀਂ ਰੁੱਤ ਵਿੱਚ ਤੇ ਫਿਰ ਪੂਰਾ ਹੀ ਵਿਦਾਂਤ ਅੰਕਿਤ ਕੀਤਾ ਹੈ। ਜੋ ਪੜ੍ਹੇ ਸੀ ਵੀ ਸਾਂਖ ਯੋਗ ਨਿਆਏ ਵਿਸ਼ੇਸ਼ਕ ਮੀਮਾਂਸਾ ਵੇਦਾਂਤ, ਉਹਨਾਂ ਦੇ ਵਿੱਚੋਂ ਸਾਰ ਅੰਸ਼ ਹੈ, ਸਾਰਾ ਹੀ ਅੰਕਿਤ ਕੀਤਾ ਭਾਈ ਦਇਆ ਸਿੰਘ ਦੇ ਮੁਖ ਰਾਹੀਂ ਕਹਾਇਆ ਹੈ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖਿਲ ਮਾਤਰ ਜੀ ਰਾਏ ਬਲਾਰ ਨੂੰ ਨਿਹਾਲ ਕਰ ਦਿੱਤਾ ਸੀ। ਰਾਏ ਬਲਾਰ ਦੇ ਉਪਦੇਸ਼ ਦੇਣ ਤੋਂ ਬਾਅਦ ਜੋ ਗੁਰੂ ਮਹਾਰਾਜ ਘਰ ਵਿੱਚ ਬਿਰਾਜਮਾਨ ਸਨ, ਸੋਹਣੇ ਪਲੰਘ 'ਤੇ ਸੁਭਾਏਮਾਨ ਸੀ। ਜਦੋਂ ਸਤਿਗੁਰੂ ਜੀ ਲੇਟੇ ਹੋਏ ਹੈ, ਮਾਤਾ ਤ੍ਰਿਪਤਾ ਜੀ ਬੜੇ ਸੋਹਣੇ ਸੋਹਣੇ ਭੋਜਨ ਤਰ੍ਹਾਂ ਤਰ੍ਹਾਂ ਦੇ ਤਿਆਰ ਕਰ ਰਹੇ ਸਨ। ਦਾਸੀ ਤੁਲਸਾਂ ਨੂੰ ਬੁਲਾਇਆ ਹੈ, ਕਿਹਾ ਹੈ ਕਿ ਦਾਸੀ ਤੁਲਸਾਂ ਜਿੱਥੇ ਮਹਾਰਾਜ ਬਿਰਾਜਮਾਨ ਹੈ ਉਹਨਾਂ ਨੂੰ ਜਾ ਕੇ ਜਗਾ ਕੇ ਤੇ ਲੈ ਕੇ ਆ। ਜਿਹਦੇ ਦਾਸੀ ਤੁਲਸਾਂ ਆਈ ਹੈ, ਹਿੰਮਤ ਨਹੀਂ ਪਈ ਹੈ ਕਿ ਮਹਾਰਾਜ ਨੂੰ ਮੁੱਖ ਨਾਲ ਬੋਲ ਕੇ ਜਗਾ ਦਾਂ। ਆਪਣਾ ਹੱਥ ਵੀ ਨਹੀਂ ਛੁਹਾਇਆ ਹੈ ਗੁਰੂ ਜੀ ਦੇ ਚਰਨਾਂ ਨੂੰ। ਅਤੇ ਉਸ ਵਕਤ ਜਦੋਂ ਗੁਰੂ ਜੀ ਲੇਟੇ ਸੀ, ਇੱਕ ਜਿਹੜਾ ਚਰਨ ਹੈ ਉਹ ਬਾਹਰ ਸੀ ਚਾਦਰ ਤੋਂ। ਬੜਾ ਮਨ ਲਲਚਾਇਆ ਵੀ ਉਸ ਚਰਨ ਨੂੰ ਮੈਂ ਸਪਰਸ਼ ਕਰਾਂ, ਛੂਹਾਂ, ਜਿਸ ਕਰਕੇ ਦਾਸੀ ਤੁਲਸਾਂ ਦੇ ਅੰਦਰ ਬੜਾ ਪ੍ਰੇਮ ਜਾਗਿਆ, ਜੋ ਵੱਡਿਆਂ ਭਾਗਾਂ ਵਾਲੀ ਹੈ। ਗੁਰੂ ਜੀ ਦੇ ਚਰਨਾਂ ਵਾਲੇ ਪਾਸੇ ਬੈਠ ਕੇ ਚਰਨ ਚੱਟਣ ਲੱਗ ਪਈ। ਜਦੋਂ ਹੀ ਇਸ ਨੇ ਚਰਨ ਰਸਨਾ ਨਾਲ ਚੱਟਣਾ ਕੀਤਾ ਹੈ, ਆਪਣੀ ਜੀਭ ਗੁਰੂ ਜੀ ਦੇ ਚਰਨਾਂ ਨੂੰ ਛੁਹਾਈ, ਤਿੰਨਾਂ ਲੋਕਾਂ ਦੀ ਖਬਰਸਾਰ ਸੁੱਧ ਹੋ ਗਈ। ਪਹਾੜਾਂ 'ਚ ਕੀ ਹੋ ਰਿਹਾ ਹੈ, ਨਗਰਾਂ ਸ਼ਹਿਰਾਂ ਦੇਸ਼ਾਂ ਵਿਦੇਸ਼ਾਂ 'ਚ ਤਿੰਨਾਂ ਲੋਕਾਂ 'ਚ ਕੀ ਹੋ ਰਿਹਾ। ਉਦੋਂ ਹੀ ਇੱਕ ਕੌਤਕ ਵੇਖਿਆ ਵੀ ਜੋ ਮਾਨਸੁਖ ਸ਼ਾਹ ਲਾਹੌਰ ਦਾ ਸੀ, ਜੋ ਵਣਜ ਵਪਾਰ ਵਾਸਤੇ ਗਿਆ ਹੈ, ਸਮੁੰਦਰ ਵਿੱਚ ਉਹਦਾ ਜਹਾਜ਼ ਡਾਵਾਂ ਡੋਲ ਹੋਣ ਲੱਗਾ, ਰੁਕ ਗਿਆ। ਗੁਰੂ ਮਹਾਰਾਜ ਜੀ ਦਾ ਇਸ ਦਾਸੀ ਤੁਲਸਾਂ ਨੇ ਸਰੂਪ ਦੇਖਿਆ ਹੈ। ਜਿਹੜਾ ਹੈ ਮਾਨਸੁਖ ਸ਼ਾਹ ਬੇਨਤੀਆਂ ਕਰਨ ਲੱਗਾ, ਮਹਾਰਾਜ ਦੀਨਾ ਬੰਧੂ, ਜਿੱਥੇ ਕੋਈ ਸੰਬੰਧੀ ਨਹੀਂ ਸਾਥ ਦਿੰਦਾ ਉੱਥੇ ਤੁਸੀਂ ਦਿੰਦੇ ਹੋ, ਇਸ ਕਰਕੇ ਮੇਰਾ ਜਿਹੜਾ ਜਹਾਜ਼ ਹੈ ਮਹਾਰਾਜ ਪਾਰਲੇ ਪਾਸੇ ਲਾ ਦਿਓ। ਸੰਗਲਾ ਦੀਪ ਮੈਂ ਜਾਣਾ, ਉੱਥੇ ਕਿਨਾਰੇ 'ਤੇ ਪਹੁੰਚਾ ਦਿਓ। ਜਦੋਂ ਇਹ ਬੇਨਤੀਆਂ ਕੀਤੀਆਂ, ਸਤਿਗੁਰੂ ਜੀ ਦਾ ਇੱਕ ਸਰੂਪ ਉੱਥੇ ਸਮੁੰਦਰ 'ਤੇ ਚਲਾ ਗਿਆ ਹੈ। ਇਹ ਦਾਸੀ ਤੁਲਸਾਂ ਨੇ ਸਾਰਾ ਕੁਝ ਦੇਖਿਆ। ਫਿਰ ਉਹ ਜਗਾਉਣਾ ਨਹੀਂ ਕੀਤਾ, ਮਹਾਰਾਜ ਜੀ ਨੂੰ ਮੋੜ ਆਈ ਹੈ। ਮਾਤਾ ਜੀ ਨੂੰ ਦੱਸਿਆ ਹੈ ਕਿ ਮਾਤਾ ਜੀ ਮੈਂ ਤਾਂ ਨਹੀਂ ਸਤਿਗੁਰਾਂ ਨੂੰ ਜਗਾਇਆ, ਉਹ ਤੇ ਕਿਸੇ ਸਿੱਖ ਦਾ ਜਹਾਜ਼ ਜਿਹੜਾ ਪਾਰ ਲਾਉਣ ਗਏ। ਮਾਤਾ ਜੀ ਥੋੜ੍ਹਾ ਗੁੱਸੇ ਵਿੱਚ ਆਏ ਹੈ ਕਿ ਆਪ ਗਏ ਹੈ, ਗੁਰੂ ਜੀ ਨੂੰ ਹਲੂਣਾ ਦਿੱਤਾ, ਜਗਾ ਕੇ ਲੈ ਆਂਦਾ। ਭੋਜਨ ਛਕਾਉਣ ਤੋਂ ਬਾਅਦ ਕਿਹਾ ਵੀ ਵੇਖੋ ਪੁੱਤਰ ਜੀ, ਤੁਹਾਡੀ ਇਹੋ ਜਿਹੀ ਦਸ਼ਾ ਦੀਵਾਨੀ ਮਸਤਾਨੀ ਵੇਖ ਕੇ ਜਿਹੜੇ ਭਾਈਚਾਰੇ ਗਵਾਂਢ ਵਾਲਿਆਂ ਮਖੌਲ ਤੇ ਕਰਨਾ ਹੀ ਹੈ, ਹੁਣ ਤੇ ਦਾਸੀਆਂ ਵੀ ਸਾਨੂੰ ਮਖੌਲ ਕਰਦੀਆਂ। ਸਾਰੀ ਗੱਲਬਾਤ ਦੱਸੀ ਹੈ ਵੀ ਇਵੇਂ ਕਹਿੰਦੀ ਹੈ। ਮਹਾਰਾਜ ਸੁਣ ਕੇ ਮਨ ਹੀ ਮਨ 'ਚ ਮੁਸਕਰਾਏ ਵੀ ਗੱਲ ਤੇ ਠੀਕ ਕਹਿੰਦੀ ਹੈ। ਇਹ ਆਉਣ ਵਾਲੇ ਸਮੇਂ 'ਚ ਸਾਡੇ ਹੋਰ ਕੌਤਕ ਨਾ ਦੱਸੇ ਵੀ ਗੁਰੂ ਸਾਹਿਬ ਜੀ ਕੀ ਕਰ ਰਹੇ ਆ, ਦੱਸੇਗੀ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਮਾਤਾ ਜੀ ਦੇ ਕਮਲੀ ਝਮਲੀ ਹੈ, ਦੀਵਾਨੇ ਮਸਤਾਨੇ ਬਚਨ ਕਰਦੀ, ਇਹਦੇ 'ਤੇ ਗੌਰ ਨਾ ਕਰਿਆ ਕਰੋ ਜੋ ਇਹ ਕਹਿੰਦੀ ਹੈ। ਬਚਨ ਹੀ ਕਹਿਣ ਦੀ ਦੇਰ ਹੈ, ਉਸੇ ਤਰ੍ਹਾਂ ਦੀ ਅਵਸਥਾ ਹੋ ਗਈ। ਬਾਹਰੀ ਸਰੀਰ ਦੀ ਸੁੱਧ ਭੁੱਲ ਗਈ ਹੈ, ਅੰਤਰਮੁਖ ਬਿਰਤੀ ਪੂਰੀ ਗਿਆਨ ਵਿੱਚ ਹੀ ਭਿੱਜੀ ਹੋਈ ਲੀਨ ਹੈ। ਉਹ ਜੋ ਗਿਆਨ ਦੀ ਅਵਸਥਾ ਅੰਤਰ ਭਰਪੂਰ ਹੈ, ਨਾਮ ਰਸ ਵਿੱਚ ਲੀਨ ਹੈ,
ਬਾਹਰੋਂ ਵੇਖਣ ਵਿੱਚ ਜਿਹੜੀ ਲੱਗਦੀ ਹੈ ਵੀ ਉਹ ਕਮਲੀ ਝਮਲੀ ਹੋ ਗਈ। ਫਿਰ ਜਿੰਨਾ ਚਿਰ ਤੱਕ ਵੀ ਦਾਸੀ ਤੁਲਸਾਂ ਰਹੀ ਹੈ ਉਸੇ ਤਰ੍ਹਾਂ ਹੀ ਹਾਲਤ ਵਿੱਚ ਅੰਤਰ ਨਾਮ ਦਾ ਰਸ ਝਰਦਾ ਹੀ ਰਿਹਾ। ਅਖੀਰੀ ਫਿਰ ਜਿਹੜਾ ਹੈ ਜਦੋਂ ਸਰੀਰ ਛੱਡਿਆ, ਗੁਰੂ ਮਹਾਰਾਜ ਦੇ ਜੋ ਸੱਚਖੰਡ ਵਸੈ ਨਿਰੰਕਾਰ ਸਥਾਨ ਹੈ ਉੱਥੇ ਦਾਸੀ ਤੁਲਸਾਂ ਜਾ ਪਹੁੰਚੀ। ਆਪ ਜੀ ਨੇ ਪ੍ਰਸੰਗ ਵਿਸਥਾਰ ਸਹਿਤ ਸਰਵਣ ਕੀਤਾ ਹੈ। ਅੱਗੇ ਜਿਵੇਂ ਕਥਾ ਵਿਚਾਰ ਆ ਰਹੇ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਗ ਦੀਪਕ ਸਰਸ। ਕਵੀ ਰਾਜ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਅਗਲੇ ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਮਹਿਮਾ ਕਰ ਰਹੇ ਹੈ। ਤਰ੍ਹਾਂ ਤਰ੍ਹਾਂ ਦੇ ਮੰਗਲ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਤੁਲਨਾਤਮਕ ਕਰਕੇ ਮਹਿਮਾ ਕੀਤੀ ਹੈ। ਕਹਿੰਦੇ ਆ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਹਨ ਉਹ ਜਿਵੇਂ ਦੀਵਾ ਹੁੰਦਾ ਹੈ, ਦੀਵੇ ਵਿੱਚ ਤੇਲ ਵੱਟੀ ਆਦਿਕ ਸਭ ਕੁਝ ਹੋਵੇ ਜੋ ਦੀਵਾ ਪੂਰਨ, ਐਸੇ ਦੀਵੇ ਦੇ ਤੁਲ ਹੈ ਮਹਾਰਾਜ ਜੀ ਦੇ ਚਰਨ ਮਹਾਨ। ਧਰ ਕਰ ਹਿਰਦੇ ਨਿਕੇਤ। ਮੇਰਾ ਜਿਹੜਾ ਹਿਰਦਾ ਹੈ ਉਹ ਘਰ ਹੈ। ਹਿਰਦੇ ਘਰ ਵਿੱਚ ਇਸ ਗੁਰੂ ਜੀ ਦੇ ਚਰਨਾਂ ਰੂਪੀ ਦੀਵੇ ਨੂੰ ਰੱਖ ਕਰਕੇ ਜੁਗਤ ਖੋਜ ਉਚਰੋਂ ਕਥਾ। ਮੈਂ ਜੁਗਤੀ ਦੇ ਸਹਿਤ ਦਲੀਲ ਦੇ ਸਹਿਤ ਕਥਾ ਜਿਹੜੀ ਖੋਜ ਭਾਲ ਕੇ ਚੰਗੀ ਤਰ੍ਹਾਂ ਨਾਲ ਕਥਾ ਉਚਾਰਨ ਕਰਦਾ ਹਾਂ, ਕਹਿੰਦਾ ਹਾਂ। ਜਿਵੇਂ ਦੀਵਾ ਘਰ ਵਿੱਚ ਰੱਖ ਦਈਏ ਹਨੇਰੇ 'ਚ ਸਾਰੀਆਂ ਚੀਜ਼ਾਂ ਦਿਖਣ ਲੱਗ ਪੈਂਦੀਆਂ ਕਿਹੜੀ ਕਿੱਥੇ ਪਈ ਹੈ। ਇਸੇ ਤਰ੍ਹਾਂ ਹੀ ਹਿਰਦਾ ਕੀ ਹੈ, ਘਰ ਹੈ। ਇਹਦੇ ਵਿੱਚ ਗੁਰੂ ਜੀ ਦੇ ਜਿਹੜੇ ਚਰਨ ਹੈ ਉਹ ਦੀਵੇ ਸਮਾਨ ਹੈ, ਪ੍ਰਕਾਸ਼ ਰੂਪ, ਗਿਆਨ ਦਾ ਪ੍ਰਕਾਸ਼ ਕਰਨ ਵਾਲੇ। ਜਿਸ ਕਰਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਮੈਂ ਆਪਣੇ ਇਸ ਹਿਰਦੇ ਰੂਪੀ ਘਰ ਵਿੱਚ ਇਸ ਦੀਵੇ ਨੂੰ ਰੱਖ ਕੇ ਮਹਾਰਾਜ ਜੀ ਦੀ ਜਿਹੜੀ ਪਵਿੱਤਰ ਕਥਾ ਹੈ ਬੜੀ ਦਲੀਲ ਸਹਿਤ ਛਾਂਡਵੀਂ ਜੋ ਸਹੀ ਹੈ ਸਪਸ਼ਟ ਹੈ ਖੋਜ ਕਰਕੇ ਭਾਲ ਕਰਕੇ ਉਚਾਰਨ ਕਰਦਾ ਹਾਂ। ਸ੍ਰੀ ਬੇਦੀ ਕੁਲ ਕੇਤਾ। ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬੇਦੀਆਂ ਦੀ ਕੁਲ ਦੇ ਧੁਜਾ ਰੂਪ ਹੈ, ਨਿਸ਼ਾਨ ਹੈ, ਜੋ ਗਿਆਨ ਸਰੂਪ ਹੈ ਮਹਾਰਾਜ। ਸ੍ਰੀ ਬਾਲਾ ਸੰਦਰਵਾਚ ਚੌਪਈ ਕਛੁਕ ਅਹ ਮਨ ਸੁਖ ਬਿਰਤੰਤੇ। ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਦੋਂ ਇਸ ਤਰ੍ਹਾਂ ਕੌਤਕ ਕਰ ਦਿੱਤਾ, ਉਧਰ ਜੋ ਭਾਈ ਮਾਨਸੁਖ ਸ਼ਾਹ ਹੈ ਉਹਦੀ ਕਥਾ ਦਾ ਕੁਝ ਕੁ ਪ੍ਰਸੰਗ ਹਜੇ ਹੋਰ ਵੀ ਹੈ। ਸੋ ਸੁਣੀਏ ਸ੍ਰੀ ਗੁਰ ਜਸਵੰਤੇ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵੱਡੇ ਜਸ ਵਾਲੇ ਜਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਜਸ ਵਾਲੇ ਉਹਨਾਂ ਦੇ ਅੱਗੇ ਜਿਹੜਾ ਕਥਾ ਦਾ ਪ੍ਰਸੰਗ ਮਹਿਮਾ ਦਾ ਉਹ ਵੀ ਸੁਣੀਏ। ਗਇਓ ਸੰਗਲਾ ਦੀਪ ਸੋ ਜਹਵਾ। ਜਿੱਥੇ ਇਹ ਜਿਹੜਾ ਮਾਨਸੁਖ ਸ਼ਾਹ ਹੈ ਸੰਗਲਾ ਦੀਪ ਜੋ ਸ਼ਹਿਰ ਹੈ ਟਾਪੂ, ਇਹ ਸਿਲੋਨ ਵੀ ਕਿਹਾ ਜਾਂਦਾ ਅਤੇ ਇਹਨੂੰ ਅੱਜ ਕੱਲ੍ਹ ਸ਼੍ਰੀਲੰਕਾ ਵੀ ਕਿਹਾ ਜਾਂਦਾ ਹੈ ਸੰਗਲਾ ਦੀਪ ਟਾਪੂ ਨੂੰ। ਉੱਥੇ ਸ਼੍ਰੀਲੰਕਾ ਜਾਂ ਸੰਗਲਾ ਦੀਪ ਉੱਥੇ ਚਲਿਆ ਗਿਆ ਹੈ ਮਾਨਸੁਖ ਸ਼ਾਹ। ਨਗਰ ਸ਼੍ਰੋਮਣਾ ਥੋ ਇੱਕ ਤਹਵਾ। ਉੱਥੇ ਇੱਕ ਸ਼੍ਰੋਮਣੀ ਜਿਹੜਾ ਬੜਾ ਤਗੜਾ ਹੀ ਨਗਰ ਪਿੰਡ ਹੈ ਸੀ ਜਿਹਨੂੰ ਸਦਾਬੱਧ ਸ਼ਹਿਰ ਕਿਹਾ ਜਾਂਦਾ ਹੈ। ਧਨੀ ਲੋਕ ਜਹ ਬਸਤ ਪਾਰਾ। ਜਿਸ ਸ਼ਹਿਰ ਵਿੱਚ ਬੜੇ ਬੜੇ ਸ਼ਾਹੂਕਾਰ
ਧਨੀ ਲੋਕ ਪੈਸੇ ਵਾਲੇ ਵਸਦੇ ਸੀ ਬੇਅੰਤ। ਬਹੁਤ ਸੁੰਦਰ ਜਿਹ ਰਚੇ ਬਜਾਰਾ। ਜਿਸ ਸੰਗਲਾ ਦੀਪ ਦੇ ਟਾਪੂ ਤੇ ਜੋ ਇਹ ਸ਼ਹਿਰ ਹੈ, ਤੇ ਜਿਸ ਸ਼ਹਿਰ ਦੇ ਜਿਹੜੇ ਬਾਜ਼ਾਰ ਹੈ ਬੜੇ ਸੋਹਣੇ ਰਚੇ ਹੋਏ ਬਣਾਏ ਹੋਏ ਸੀ। ਮਨ ਸੁਖ ਲੈ ਬਨਜ ਨਿਜ ਸਗਰਾ। ਪਾਏ ਮਾਨਸੁਖ ਸ਼ਾਹ ਸਾਰਾ ਸੌਦਾ ਜਿਹੜਾ ਲੈ ਕਰਕੇ ਪ੍ਰਾਪਤ ਭਇਓ ਜਾਏ ਤਿਹ ਨਗਰਾ। ਉਸ ਨਗਰ ਜਿੱਥੇ ਬੜੇ ਸੋਹਣੇ ਬਾਜ਼ਾਰ ਬਣੇ ਹੋਏ ਸਤਾਵਦ, ਉਸ ਨਗਰ ਵਿੱਚ ਜਾ ਪ੍ਰਾਪਤ ਹੋਇਆ, ਪਹੁੰਚ ਗਿਆ ਹੈ। ਉਦੋ ਜਹਾਂ ਸ਼ਿਵ ਨਾਭ ਪਵਾਲਾ। ਜਿੱਥੋਂ ਦਾ ਇਹ ਸ਼ਿਵਨਾਭ ਧਰਤੀ ਦਾ ਮਾਲਕ ਰਾਜਾ ਹੈ ਸੀ। ਕਰਮਾ ਧਰਮਾ ਮਹਿ ਚਲਤ ਵਿਸਾਲਾ। ਜੋ ਧਰਮ ਦੇ ਕਰਮਾਂ ਵਿੱਚ ਬਹੁਤ ਜ਼ਿਆਦਾ ਹੀ ਚੱਲਦਾ ਸੀ, ਧਰਮ ਦੇ ਕਰਮ ਬੜੇ ਕਰਦਾ ਸੀ। ਸਾਲਗ੍ਰਾਮ ਉਪਾਸਨ ਰਾਖੈ। ਜਿਹੜੀ ਸਾਲਗ੍ਰਾਮ ਹੈ, ਠਾਕਰਾਂ ਦੀ ਉਪਾਸਨਾ ਪੂਜਾ ਹੈ, ਉਹਦੇ ਵਿੱਚ ਬੜਾ ਤਗੜਾ ਹੀ ਪ੍ਰੇਮ ਰੱਖਦਾ ਸੀ। ਭਾਵ ਸਾਲਗ੍ਰਾਮ ਦੀ ਠਾਕਰਾਂ ਦੀ ਪੂਜਾ ਕਰਦਾ ਸੀ। ਬ੍ਰਤ ਇਕਾਦਸੀ ਕਰ ਅਬਲਖੈ। ਜਿਹੜਾ ਇਕਾਦਸ਼ੀ ਦਾ ਵਰਤ ਹੈ, ਵਰਤ ਤੇ ਇਸ ਨੂੰ ਰੱਖਣ ਵਿੱਚ ਕਾਰਨ ਵਿੱਚ ਬਹੁਤੀ ਇੱਛਾ ਰੱਖਦਾ ਸੀ। ਹਰ ਵੇਲੇ ਭਾਵ ਜਦੋਂ 15ਵੀਂ ਦਿਨੀ ਇਕਾਦਸ਼ੀ ਦਾ ਵਰਤ ਆਉਂਦਾ ਤੇ ਇਹ ਉਸ ਵਰਤ ਨੂੰ ਬੜੀ ਇੱਛਾ ਨਾਲ ਹੀ ਰੱਖਣਾ ਕਰਦਾ ਸੀ। ਜਦੋਂ ਦਾ ਇਹ ਧਰਮ ਵਿੱਚ ਪਰਪੱਕ ਹੋਇਆ, ਭਾਵ ਇਹਨੇ ਸੰਸਕਾਰ ਆਪਣਾ ਕੀਤਾ ਸੀ ਧਰਮ ਦਾ, ਉਦੋਂ ਦੇ ਇਹ ਵਰਤਾਂ ਜਿਹੜੇ ਵਰਤ ਹੈ ਇਕਾਦਸ਼ੀ ਦੇ, ਉਹਨਾਂ ਵਿੱਚ ਬੜੀ ਇੱਛਾ ਰੱਖਦਾ ਸੀ। ਇਸ ਤਰ੍ਹਾਂ ਇਹ ਇਕਾਦਸ਼ੀ ਦਾ ਵਰਤ ਬੜੀ ਚਾਹਨਾ ਨਾਲ ਰੱਖਦਾ ਕਰਦਾ ਸੀ। ਸਰਬ ਨਗਰ ਨਰ ਰਹਿਤ ਅਨਸਨਾ। ਜਦੋਂ ਇਹ ਇਕਾਦਸ਼ੀ ਦਾ ਵਰਤ ਆਉਂਦਾ, ਸਾਰਾ ਨਗਰ ਦੇ ਜਿਹੜੇ ਲੋਕ ਹੈ ਉਹ ਬਿਨਾਂ ਭੋਜਨ ਰਹਿੰਦੇ ਸਨ। ਕੋਈ ਨਹੀਂ ਸੀ ਭੋਜਨ ਛਕਦਾ ਉਸ ਦਿਨ। ਤਿਹ ਦਿਨਾ ਕੋਇ ਨਾ ਕਰਹੀ ਅਸਨਾ। ਉਸ ਇਕਾਦਸ਼ੀ ਦੇ ਵਰਤ ਵਾਲੇ ਦਿਨ ਕੋਈ ਨਹੀਂ ਸੀ ਜਿਹੜਾ ਭੋਜਨ ਕਰਦਾ, ਕਿਉਂਕਿ ਰਾਜ ਨੇ ਸਭ ਨੂੰ ਮਨਾ ਕੀਤਾ ਹੋਇਆ ਸੀ ਵੀ ਕਿਸੇ ਨੇ ਆ ਭੋਜਨ ਨਹੀਂ ਛਕਣਾ ਇਕਾਦਸ਼ੀ ਦੇ ਵਰਤ ਉੱਪਰ। ਭਾਨ ਉਦੇ ਤੇ ਕਰਹਿ ਸਨਾਨਾ। ਤੇ ਕੀ ਕਹਿੰਦਾ ਸੀ ਵੀ ਜਦੋਂ ਸੂਰਜ ਪ੍ਰਗਟ ਹੋਇਆ ਚੜ੍ਹ ਜਾਂਦਾ ਹੈ ਤਦੋਂ ਇਸ਼ਨਾਨ ਕਰਨਾ। ਇਸੇ ਤਰ੍ਹਾਂ ਸੂਰਜ ਉਦੇ ਹੋਣ ਤੇ ਸਾਰੇ ਇਸ਼ਨਾਨ ਕਰਦੇ ਸਨ। ਤਿਲਕ ਲਗਾਵਹਿ ਤਨ ਬਿਦ ਨਾਨਾ। ਇਹ ਜੋ ਰਾਜਾ ਸ਼ਿਵਨਾਭ ਨਾਨਾ ਤਰ੍ਹਾਂ ਦੇ ਸਰੀਰ ਉੱਪਰ ਤਿਲਕ ਲਾਉਂਦਾ ਸੀ, ਮੱਥੇ ਤੇ ਡੌਲਿਆਂ ਤੇ ਛਾਤੀ ਆਦਿਕ ਤੇ। ਆਸ ਪ੍ਰਕਾਰ ਕੀ ਰੀਤ ਨਰੇਸ਼ਾ। ਇਸ ਤਰ੍ਹਾਂ ਦੀ ਜਿਹੜੀ ਰੀਤੀ ਹੈ ਇਹ ਰਾਜਾ ਕਰਦਾ ਹੈ ਸੀ ਕਿ ਠਾਕਰਾਂ ਦੀ ਪੂਜਾ ਕਰਨੀ, ਤਿਲਕ ਲਾਉਣਾ ਤੇ ਇਕਾਦਸ਼ੀ ਦਾ ਵਰਤ ਰੱਖਣਾ। ਆਪ ਕਰਹਿ ਕੀ ਦੇਸ਼ ਨਿਦੇਸ਼ਾ। ਆਪ ਤੇ ਕਰਦਾ ਸੀ ਤੇ ਇਹਨੇ ਆਪਣੇ ਪੂਰੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਆਗਿਆ ਕੀਤੀ ਹੋਈ ਸੀ ਵੀ ਇਕਾਦਸ਼ੀ ਦੇ ਵਰਤ ਤੇ ਕਿਸੇ ਨੇ ਕੁਝ ਨਹੀਂ ਖਾਣਾ ਹੈ, ਠਾਕਰਾਂ ਦੀ ਪੂਜਾ ਕਰਨੀ ਹੈ, ਤਿਲਕ ਲਾ ਕੇ ਰੱਖਣੇ ਹੈ। ਤਿਹ ਪਰ ਵਿਸ਼ੇ ਮਨ ਸੁਖ ਜਾਈ। ਤਿਹ ਪੁਰ, ਉਸ ਪੁਰੀ ਦੇ ਵਿੱਚ ਹੀ ਸ਼ਿਵਨਾਭ ਜੋ ਰਾਜਾ ਹੈ ਉਹ ਪੁਰੀ ਵਿੱਚ ਮਾਨਸੁਖ ਸ਼ਾਹ ਜਾ ਪਹੁੰਚਿਆ। ਸਰਬ ਬਨਜ ਕੀ ਸੌਜ ਲਵਾਈ। ਸਾਰੇ ਜਿਹੜੀ ਸੌਦੇ ਦੀ ਸਮੱਗਰੀ ਸੀ ਉਹ ਲੈ ਕੇ ਡੇਰਾ ਕੀਨਾ ਥਾਏ ਸ਼ੁਭ ਦੇਖੀ। ਚੰਗੀ ਜਿਹੜੀ ਥਾਂ ਵੇਖ ਕੇ, ਸੋਹਣਾ ਟਿਕਾਣਾ ਵੇਖ ਕੇ ਤੇ ਡੇਰਾ ਕਰ ਲਿਆ ਹੈ। ਜਿਸ ਮਹਿ ਸਿੱਖੀ ਰੀਤ ਸਿੱਖੀ। ਜਿਸ ਭਾਈ ਮਾਨਸੁਖ ਸ਼ਾਹ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਦੀ ਜਿਹੜੀ ਰੀਤੀ ਉਹ ਬਹੁਤ ਵਿਸ਼ੇਸ਼ ਸੀ, ਬਹੁਤ ਜ਼ਿਆਦਾ ਸਿੱਖੀ ਦੀ ਰੀਤੀ ਵਿੱਚ ਪੱਕਿਆਂ ਸੀ। ਸ੍ਰੀ ਨਾਨਕ ਜਿਉ ਆਇਸ ਪਰਾਹੀ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖੀ ਦੀ ਰੀਤੀ ਦੀ ਆਗਿਆ ਕਹੀ ਸੀ, ਕੀਤੀ ਸੀ। ਨਿਤ ਪ੍ਰਤ ਕਰਹਿ ਤਿਉ ਨਿਰਬਾਹੀ। ਉਸੇ ਤਰ੍ਹਾਂ ਹੀ ਇਹ ਨਿਭਾਉਂਦਾ ਹੈ, ਹਮੇਸ਼ਾ ਹੀ ਉਹ ਰੀਤੀ ਕਰਦਾ ਹੈ। ਅੰਮ੍ਰਿਤ ਵੇਲੇ ਉੱਠਦਾ ਹੈ, ਬਾਣੀ ਪੜ੍ਹਦਾ ਹੈ ਤੇ ਬਾਅਦ ਵਿੱਚ 3 ਮੇਲ ਦਾ ਪ੍ਰਸ਼ਾਦ, ਕੜਾਹ ਪ੍ਰਸ਼ਾਦ
ਅਰਦਾਸ ਕਰਕੇ ਸਭ ਨੂੰ ਵਰਤਾਉਂਦਾ ਹੈ। ਸਵਾ ਜਾਮ ਨਿਸ ਕਰਹਿ ਸਨਾਨਾ। ਜਦੋਂ ਪਹਿਰ ਰਾਤ ਰਹਿ ਜਾਂਦੀ ਹੈ, ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਹੈ 2:30 ਦੇ ਕਰੀਬ। ਇਕ ਮਾਨਾ ਕਰਹਿ ਕੀਰਤਨ ਗਾਨਾ। ਫਿਰ ਇੱਕ ਮਨ ਇੱਕ ਚਿੱਤ ਹੋ ਕੇ ਮਹਾਰਾਜ ਜੀ ਦਾ ਕੀਰਤਨ ਗਾਉਣਾ ਕਰਦਾ ਹੈ, ਗੁਰੂ ਜੀ ਦਾ ਜਸ ਕਰਦਾ ਹੈ। ਗੁਰ ਕੇ ਸ਼ਬਦ ਅਧਿਕ ਲਿਖ ਲੀਨੇ। ਕਿਉਂਕਿ ਜਦੋਂ ਇਹ ਸੁਲਤਾਨਪੁਰ ਵਿੱਚ ਆਇਆ ਸੀ, ਮਹਾਰਾਜ ਜੀ ਨੇ ਕਿਹਾ ਸੀ ਵੀ ਮਨਸੁਖ ਸ਼ਾਹ ਹੁਣ ਤੂੰ ਲਾਹੌਰ ਹੀ ਚਲਿਆ ਜਾ, ਜਦੋਂ ਜੀ ਕਰੇ ਆ ਕੇ ਤੇ ਦਰਸ਼ਨ ਕਰ ਲਿਆ ਕਰੀ, ਨਹੀਂ ਤੂੰ ਉੱਥੇ ਰਿਹਾ ਕਰ। ਉਸ ਵਕਤ ਇਹਨੇ ਗੁਰੂ ਸਾਹਿਬ ਨੂੰ ਮਿਲ ਕੇ ਕਿਹਾ ਸੀ, ਮਹਾਰਾਜ ਮੈਨੂੰ ਗੁਰਬਾਣੀ ਦੇ ਸ਼ਬਦ ਉਚਾਰਨ ਕਰਕੇ ਦੇ ਦਿਓ, ਜਿਸ ਕਰਕੇ ਮੈਂ ਪ੍ਰੇਮ ਨਾਲ ਪੜ੍ਹਿਆ ਸੁਣਿਆ ਕਰਾਂਗਾ। ਉਸ ਵੇਲੇ ਇਸ ਨੇ ਗੁਰਬਾਣੀ ਦੇ ਸ਼ਬਦ ਬਹੁਤ ਜ਼ਿਆਦਾ ਲਿਖ ਲਏ ਸੀ ਸੁਲਤਾਨਪੁਰ। ਪੜ੍ਹੈ ਪ੍ਰੇਮਾ ਕਰ ਚਿਤ ਹਿਤ ਦੀਨੇ। ਚਿੱਤ ਦਾ ਹਿਤ ਦੇਖ ਕੇ ਬੜਾ ਪ੍ਰੇਮ ਕਰਕੇ ਗੁਰਬਾਣੀ ਦੇ ਸ਼ਬਦ ਪੜ੍ਹਦਾ ਹੈ ਮਨਸੁਖ ਸ਼ਾਹ। ਹੋਰ ਭਈ ਪੰਚਾਮ੍ਰਿਤ ਕਰਕੇ। ਜਦੋਂ ਸਵੇਰ ਹੁੰਦੀ ਹੈ ਫਿਰ ਪੰਚਾਮ੍ਰਿਤ ਕਰਕੇ ਪੰਜ ਮੇਲ ਦਾ ਜੋ ਪ੍ਰਸ਼ਾਦ ਹੈ ਉਹ ਕੜਾਹ ਪ੍ਰਸ਼ਾਦ ਨੂੰ ਕਿਹਾ ਜਾਂਦਾ। ਪੰਚਾਮ੍ਰਿਤ ਤਿਹਾਵਲ ਵੀ, ਕੜਾਹ ਪ੍ਰਸ਼ਾਦ ਵੀ, ਇਸ ਤਰ੍ਹਾਂ ਨਾਂ ਹੈ ਵੱਖੋ ਵੱਖਰੇ। ਇਵੇਂ ਕੜਾਹ ਪ੍ਰਸ਼ਾਦ ਕਰਕੇ ਸਵੇਰ ਹੋਏ ਤੇ ਕਰ ਅਰਦਾਸ ਭਾਉ ਧਰ ਕੇ। ਹਿਰਦੇ ਵਿੱਚ ਬਹੁਤਾ ਪ੍ਰੇਮ ਧਾਰ ਕੇ ਅਰਦਾਸ ਕਰਕੇ। ਨਿਕਟ ਨਰ ਨਾ ਸਭ ਹੀ ਕੋ ਦੈ। ਫਿਰ ਜਿਹੜੇ ਇਹਦੇ ਕੋਲ ਇਹਦੇ ਨੌਕਰ ਚਾਕਰ ਖੜੇ ਹੁੰਦੇ ਆ ਜਾਂ ਹੋਰ ਕੋਈ ਆ ਜਾਂਦੇ ਆ, ਉਹਨਾਂ ਸਾਰਿਆਂ ਨੂੰ ਉਹ ਕੜਾਹ ਪ੍ਰਸ਼ਾਦੀ ਦੇਗ ਦੇ ਕੇ ਮੋਹਰੋ ਆਪ ਅਜਹਿ ਕਰ ਲੈ ਕੇ। ਮੁੜ ਫਿਰ ਆਪ ਵੀ ਆਪਣੇ ਹੱਥਾਂ ਵਿੱਚ ਲੈ ਕੇ ਛਕ ਲੈਂਦਾ ਮਨਸੁਖ ਸ਼ਾਹ। ਆਸ ਪ੍ਰਕਾਰ ਨਿਤ ਨੇਮ ਨਿਭਾਹੈ। ਇਸ ਤਰ੍ਹਾਂ ਨਾਲ ਹਮੇਸ਼ਾ ਦੀ ਤਰ੍ਹਾਂ ਆਪਣਾ ਨੇਮ ਨਿਭਾਉਂਦਾ ਸੀ ਇਹ। ਵਣਜ ਕਰੈ ਪੁਨ ਪਾਵਤ ਲਾਹੈ। ਫਿਰ ਇਹ ਵਣਜ ਵਪਾਰ ਕਰਦਾ ਹੈ, ਸੌਦਾ ਇੱਕ ਖਰੀਦ ਕੇ ਦੂਜੇ ਥਾਂ ਦੇ ਦਿੰਦਾ ਹੈ, ਬੜਾ ਲਾਹਾ ਪ੍ਰਾਪਤ ਕਰਦਾ। ਮਹਾਰਾਜ ਜੀ ਨੇ ਵੀ ਇਸ ਨੂੰ ਇਹੀ ਹਦਾਇਤ ਦਿੱਤੀ ਸੀ। ਸੰਧਿਆ ਹੋਏ ਤਬ ਹੈ ਗੁਰਬਾਣੀ। ਫਿਰ ਜਦੋਂ ਸੰਧਿਆ ਹੋ ਜਾਂਦੀ ਹੈ, ਸ਼ਾਮ ਦਾ ਵੇਲਾ, ਤਦੋਂ ਇਹ ਫਿਰ ਗੁਰਬਾਣੀ ਦੇ ਸ਼ਬਦ ਪੜ੍ਹਨ ਲੱਗ ਜਾਂਦਾ ਹੈ। ਪੜ੍ਹੈ ਪ੍ਰੀਤ ਕਰਕੇ ਸੁਖ ਸਾਨੀ। ਬੜੀ ਪ੍ਰੀਤੀ ਕਰਕੇ ਇਹ ਬਾਣੀ ਪੜ੍ਹਦਾ ਜੋ ਸੁੱਖਾਂ ਦੇ ਵਿੱਚ ਮਿਲੀ ਹੋਈ ਹੈ ਬਾਣੀ। ਸ੍ਰੀ ਨਾਨਕ ਕੀ ਮੂਰਤ ਧਿਆਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਸੋਹਣਾ ਸਰੂਪ ਹੈ, ਉਸ ਸੋਹਣੇ ਸਰੂਪ ਦੀ ਜਿਹੜੀ ਮੂਰਤ ਦਾ ਧਿਆਨ ਧਰਦਾ ਏ ਮਨਸੁਖ ਸ਼ਾਹ। ਦੋਨੋਂ ਕਾਲ ਧਰਹਿ ਦੁਖਹਾਨਾ। ਦੁੱਖਾਂ ਨੂੰ ਨਾਸ ਕਰਨ ਵਾਲਾ ਜੋ ਗੁਰੂ ਜੀ ਦਾ ਸਰੂਪ ਹੈ, ਉਸ ਨੂੰ ਇਹ ਧਿਆਨ ਧਰਦਾ ਹੈ ਮਨ ਵਿੱਚ ਦੋਨੇ ਸਮੇਂ ਕਲਪਨਾ ਜੀ ਕਰਕੇ। ਇਸ ਕੀ ਰੀਤਾ ਦੇਖ ਨਰਪੁਰ ਕੇ। ਇੱਧਰ ਜਿਸੇ ਸ਼ਹਿਰ ਵਿੱਚ ਹੈ ਮਨਸੁਖ ਸ਼ਾਹ, ਇੱਥੋਂ ਦੇ ਜਿਹੜੇ ਲੋਕ ਹੈ ਮਨੁੱਖ ਇਹਦੀ ਰੀਤੀ ਵੇਖ ਕੇ ਵੀ ਇਹ ਕੀ ਕਰਦਾ ਹੈ। ਤਰਕਤ ਮੂਡ ਅਸੂਆ ਕਰਕੇ। ਅਸੂਇਆ ਕਰਕੇ, ਈਰਖਾ ਕਰਕੇ ਉਹ ਮੂਰਖ ਲੋਕ ਤਰਕਾਂ ਦੀਆਂ ਕਰਦੇ, ਹੁਜਤਾਂ ਕਰਦੇ ਹਨ। ਮੁਖ ਸੋ ਹਸਹਿ ਬਚਨ ਕਹਿ ਨਿੰਦ ਹੈ। ਵੇਖ ਵੇਖ ਕੇ ਹੱਸਦੇ ਆ ਮੁਖ ਤੋਂ, ਤੇ ਮੁਖ ਨਾਲ ਵੇਖ ਕੇ ਪਹਿਲਾਂ ਕਦੀ ਹੱਸਦੇ ਖਿੜਖੜਾ ਕੇ ਫਿਰ ਨਿੰਦਿਆ ਕਰਦੇ, ਐਵੇਂ ਕਹਿੰਦੇ ਹਨ। ਸ਼ੁਭ ਮਾਰਗ ਕੀ ਗਤ ਨਹਿ ਬਿੰਦ ਹੈ। ਕਹਿੰਦੇ ਵੀ ਜਿਹੜੀ ਚੰਗਾ ਮਾਰਗ ਹੈ ਤੇ ਉਹਦੀ ਤੇ ਇਹਦੇ ਵਿੱਚ ਕੋਈ ਗੱਲ ਦੇਖੀ ਨਹੀਂ ਜਾਂਦੀ, ਜਾਣੀ ਨਹੀਂ ਜਾਂਦੀ ਵੀ ਇਹ ਕਰਦਾ ਕੀ ਫਿਰਦਾ ਹੈ। ਹਿੰਦ ਕਹਾਵੈ ਧਰਮ ਬਹੀਨਾ। ਹਿੰਦੂਆਂ ਵਾਲੀ ਜਿਹੜੀ ਕੋਈ ਰੀਤੀ ਹੈ ਉਹ ਤੇ ਇਹਦੇ ਵਿੱਚ ਹੈ ਨਹੀਂ ਹੈ। ਹਿੰਦੂ ਘੁੰਮਦਾ ਹੈ, ਧਰਮ ਤੋਂ ਤੇ ਇਹ ਬਿਨਾਂ ਹੀ ਹੈ। ਧਰਮ ਤੇ ਇਹਦੇ ਵਿੱਚ ਕੋਈ ਦਿਸ ਨਹੀਂ ਰਿਹਾ ਹਿੰਦੂਆਂ ਵਾਲਾ। ਪੂਜਾ ਬ੍ਰਤ ਨੇਮ ਦੇਖੀਨਾ। ਜਿਹੜੇ ਵੀ ਠਾਕਰਾਂ ਦੀ ਪੂਜਾ ਕਰਨੀ, ਫਿਰ ਇਕਾਦਸ਼ੀ ਆਦਿਕ ਦੇ ਵਰਤ ਰੱਖਣੇ, ਨੇਮ
ਨਿਯਮ ਰੱਖਣੇ ਇਹਨਾਂ ਤੋਂ ਤੇ ਖਾਲੀ ਹੈ। ਸਾਲ ਗ੍ਰਾਮ ਨਾ ਸੇਵਾ ਕਰਹੀ, ਨਾ ਤੇ ਠਾਕਰਾਂ ਦੀ ਸਾਲਗ੍ਰਾਮ ਮੂਰਤੀ ਦੀ ਸੇਵਾ ਹੀ ਕਰਦਾ, ਪੂਜਾ ਕਰਦਾ ਹੈ। ਮਸਤਕ ਵਿਖੈ ਤਿਲਕ ਨਹਿ ਧਰਹੀ, ਫਿਰ ਤੇ ਹੋਰ ਵੀ ਉਲਟੀ ਰੀਤੀ ਕਰਦਾ ਵੀ ਮੱਥੇ ਦੇ ਉੱਪਰ ਤਿਲਕ ਵੀ ਨਹੀਂ ਧਾਰਦਾ, ਤਿਲਕ ਵੀ ਨਹੀਂ ਲਾਉਣਾ ਕਰਦਾ। ਸਗਰੇ ਨਗਰ ਪ੍ਰਗਟ ਸੁਧ ਹੋਈ, ਇਸ ਤਰ੍ਹਾਂ ਸਾਰੇ ਨਗਰ ਵਿੱਚ ਇਹ ਖਬਰ ਪ੍ਰਗਟ ਹੋ ਗਈ ਵੀ ਇੱਕ ਆਇਆ ਹੋਇਆ ਹੈ ਬਾਹਰੋਂ, ਪਤਾ ਨਹੀਂ ਉਹ ਕੀ ਕਰਦਾ ਹੈ, ਉਹਦਾ ਤੇ ਹਿੰਦੂ ਧਰਮ ਨਾਲ ਕੋਈ ਮਿਲਦਾ ਜੁਲਦਾ ਨਹੀਂ, ਸਭ ਤਰ੍ਹਾਂ ਖਾਲੀ ਦਿਸ ਰਿਹਾ ਉਹ। ਧਰਮ ਭ੍ਰਿਸ਼ਟ ਇਹ ਬਨੀਆ ਕੋਈ, ਇਹ ਕੋਈ ਹਿੰਦੂ ਧਰਮ ਤੋਂ ਭ੍ਰਿਸ਼ਟ ਹੋਇਆ ਕੋਈ ਬਾਣੀਆ ਆਇਆ, ਕਿੰਨੇ ਦਿਨਾਂ ਦਾ ਇਹ ਤੁਰਿਆ ਫਿਰਦਾ ਇੱਥੇ ਨਗਰ 'ਚ। ਭੂਪਤ ਕੇ ਢਿੱਗ ਜਾਏ ਸੁਨਾਇਓ, ਉਹ ਫਿਰ ਵਿੱਚੋਂ ਵਿੱਚ ਗੱਲ ਨਿਕਲਦਿਆਂ ਰਾਜੇ ਸ਼ਿਵਨਾਭ ਦੇ ਕੋਲ ਕਿਸੇ ਪੁਰਸ਼ ਨੇ ਜਾ ਸੁਣਾਇਆ। ਸਿੰਧ ਪਾਰ ਤੇ ਸ਼ਾਹੇ ਇੱਕ ਆਇਓ, ਇਹ ਬਾਦਸ਼ਾਹ ਸੀ ਜੀ, ਆ ਸਮੁੰਦਰ ਤੋਂ ਪਾਰੋਂ ਇੱਕ ਮਨੁੱਖ ਆਇਆ ਹੋਇਆ ਇੱਥੇ। ਹਿੰਦੂ ਧਰਮ ਨਾ ਕੋ ਤਿਹ ਮਾਹੀ, ਉਹ ਆਪਣੇ ਆਪ ਨੂੰ ਹਿੰਦੂ ਤੇ ਕਹਾਉਂਦਾ ਹੈ, ਪਰ ਹਿੰਦੂ ਧਰਮ ਦਾ ਤੇ ਉਹਦੇ ਵਿੱਚ ਕੋਈ ਗੱਲਬਾਤ ਦਿਸ ਨਹੀਂ ਰਹੀ, ਕੋਈ ਨਿਯਮ ਵਰਤ ਪੂਜਾ ਦਿਸ ਨਹੀਂ ਰਹੀ। ਜਗ ਤੇ ਨਈ ਰੀਤ ਕੋ ਰਾਹੀ, ਸੰਸਾਰ ਦੇ ਉੱਪਰ ਕੋਈ ਨਵੀਂ ਰੀਤੀ ਦੇ ਰਾਹੀ ਹੋਇਆ ਹੈ, ਵੱਖਰੇ ਤੌਰ ਤਰੀਕੇ ਜੇ ਕਰਦਾ ਉਹ। ਸੁਣੀ ਭੂਪ ਔਰ ਅਚਰਜ ਧਾਰਾ, ਜਦੋਂ ਰਾਜੇ ਨੇ ਆਪਣੇ ਕੰਨਾਂ ਵਿੱਚ ਇਹ ਗੱਲ ਸੁਣੀ ਹੈ ਤੇ ਹਿਰਦੇ ਵਿੱਚ ਬੜੀ ਅਚਰਜਤਾ ਹੈਰਾਨੀ ਦੀ ਧਾਰੀ ਹੈ। ਮਨ ਸੁਖ ਕੋ ਪਠ ਮਨ ਜਹਕਾਰਾ, ਉਸੇ ਵੇਲੇ ਇੱਕ ਮਨੁੱਖ ਨੂੰ ਭੇਜਿਆ ਤੇ ਮਨ ਸੁਖ ਨੂੰ ਜਿਹੜਾ ਆਪਣੇ ਕੋਲ ਬੁਲਾਇਆ ਵੀ ਸੱਦ ਕੇ ਲਿਆਓ ਉਹਨੂੰ। ਏਕ ਨਲੇਰ ਰਜਤਪਣ ਸੰਗਾ, ਇੱਧਰ ਮਾਨਸੁਖ ਸ਼ਾਹ ਬੜਾ ਸਿਆਣਾ ਸੀ, ਕਿਉਂਕਿ ਸਭ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਇਹਨਾਂ ਨੂੰ ਰੀਤੀ ਰਹੁ ਰੀਤੀ ਪਤਾ ਹੁੰਦੀ ਹੈ ਕਿ ਰਾਜੇ ਪਾਸ ਸਾਧੂ ਸੰਤ ਪਾਸ ਕਦੇ ਖਾਲੀ ਹੱਥ ਨਹੀਂ ਜਾਈਦਾ ਹੈ। ਕਿ ਇਹਨਾਂ ਨੇ ਮਾਨਸੁਖ ਸ਼ਾਹ ਨੇ ਇੱਕ ਨਲੇਰ ਨਾਰੀਅਲ ਜਿਹਨੂੰ ਕਹੀਦਾ ਹੈ ਤੇ ਚਾਂਦੀ ਦਾ ਰੁਪਈਏ ਸਮੇਤ ਗਇਓ ਸ਼ਾਹੋ ਲੈ ਭੇਟ ਨ ਸੰਗਾ, ਲੈ ਕਰਕੇ ਭੇਟਾ ਤੇ ਜੋ ਮਾਨਸੁਖ ਸ਼ਾਹ ਇਹ ਰਾਜੇ ਦੇ ਕੋਲ ਚਲਾ ਗਿਆ, ਨਿਸੰਗ ਹੋ ਕੇ ਨਿਡਰ ਹੋ ਕੇ। ਦੇ ਭੂਪਤ ਕੋ ਬੰਧਨ ਕੀਨਾ, ਉਹ ਨਾਰੀਅਲ ਤੇ ਚਾਂਦੀ ਦੇ ਰੁਪਏ ਭੇਟਾ ਵਜੋਂ ਦੇ ਗਏ ਰਾਜੇ ਨੂੰ। ਫਿਰ ਨਮਸਕਾਰ ਕੀਤੀ ਹੈ ਵੀ ਰਾਜਨ ਤੈਨੂੰ ਨਮਸਕਾਰ ਹੋਵੇ। ਵੈਸ ਨਾਮ ਸ੍ਰੀ ਨਾਨਕ ਲੀਨਾ, ਫਿਰ ਬੈਠ ਗਿਆ ਤੇ ਨਾਮ ਲਿਆ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੈ ਪਰਮੇਸ਼ਰ ਰੂਪ। ਪੂਜਤ ਭਾ ਰਾਜਾ ਤਹ ਸੰਗਾ, ਰਾਜਾ ਸੁਣ ਕੇ ਵੀ ਇਹ ਕਿਸ ਤਰ੍ਹਾਂ ਦਾ ਨਾਮ ਜਿਹਾ ਲਿਆ ਹੈ, ਉਸ ਵੇਲੇ ਮਨਸੁਖ ਸ਼ਾਹ ਨੂੰ ਪੁੱਛਣ ਲੱਗਾ ਹੈ। ਹਿੰਦ ਕਹਾਵੈ ਧਰਮ ਹੈ ਭੰਗਾ, ਉਹ ਤੂੰ ਆਪਣੇ ਆਪ ਨੂੰ ਹਿੰਦੂ ਕਹਾਉਣਾ ਹੈ ਤੇ ਹਿੰਦੂ ਧਰਮ ਦੇ ਤੋਂ ਤੂੰ ਭੰਗੀ ਹੋਇਆ ਲੱਗਦਾ ਹੈ। ਧਰਮ ਦੀ ਗੱਲ ਤੇ ਤੇਰੇ ਵਿੱਚ ਕੋਈ ਦਿਸ ਨਹੀਂ ਰਹੀ, ਤੂੰ ਤੇ ਟੁੱਟਿਆ ਲੱਗਦਾ ਧਰਮ ਤੋਂ ਬਿਨਾਂ ਹੈ। ਭਜਨ ਪੂਜਾ ਬ੍ਰਤ ਨਾ ਕਰਈ, ਨਾ ਤੇ ਤੈਨੂੰ ਇਸ਼ਨਾਨ ਕਰਦਿਆਂ ਦੇਖਿਆ, ਕਿਉਂਕਿ ਹੁਣ ਭਾਈ ਮਾਨਸੁਖ ਸ਼ਾਹ ਸਵਾ ਪਹਿਰ ਰਾਤ ਰਹਿੰਦਿਆਂ ਕਰਦਾ ਸੀ 2-2:30 ਵਜੇ। ਇਹ ਹੁਣ ਲੋਕ ਸੂਰਜ ਚੜ੍ਹੇ ਤੇ ਨਹਾਉਣ ਵਾਲੇ, ਇਹਨਾਂ ਨੂੰ ਕੀ ਪਤਾ ਲੱਗੇ ਵੀ ਇਸ਼ਨਾਨ ਭਾਈ ਮਾਨਸੁਖ ਸ਼ਾਹ ਕਦੋਂ ਕਰਦਾ। ਇਹ ਫਿਰ ਕਹਿਣ ਲੱਗਾ ਵੀ ਇੱਕ ਤੇ ਤੂੰ ਇਸ਼ਨਾਨ ਨਹੀਂ ਤੈਨੂੰ ਕਰਦਾ ਵੇਖਿਆ ਹੈ, ਨਾ ਤੂੰ ਪੂਜਾ ਹੀ ਸਾਲਗ੍ਰਾਮ ਠਾਕਰਾਂ ਦੀ ਕਰਦਾ ਹੈ, ਨਾ ਤੂੰ ਵਰਤ ਆਦਿ ਰੱਖਦਾ ਹੈ। ਸੰਜਮ ਨੇਮਾ ਤਿਲਕ ਨਹਿ ਧਰਹੀ, ਕੋਈ ਤੇਰਾ ਪਤ ਪਰਹੇਜ ਨਹੀਂ ਹੈ, ਕੋਈ ਸੰਜਮ ਨਹੀਂ ਹੈ, ਕੋਈ ਥੋੜਾ ਖਾਣਾ ਕਿਵੇਂ ਰਹਿਣਾ ਉਹ ਨਹੀਂ ਹੈ, ਤੇ ਤਿਲਕ ਵੀ ਨਹੀਂ ਤੂੰ ਲਾਉਣਾ ਕਰਦਾ ਆਪਣੇ ਮੱਥੇ ਤੇ। ਕਰਹਿ ਆਪਣੀ ਰੀਤ ਨਿਰਾਲੀ, ਆਪਣੀ ਜਿਹੜੀ ਆ ਵੱਖਰੀ ਜੀ ਰੀਤੀ ਉਹ ਤੂੰ ਕਰਦਾ ਹੈ। ਇਹ ਕਿਹ ਸਿਖਵਨਾ ਦੀਨ ਕੋ ਚਾਲੀ, ਆ ਕਿਸ ਤਰ੍ਹਾਂ ਦਾ ਤੂੰ ਕਿਹਦਾ ਸਿੱਖ ਹੋ ਗਿਆ ਹੈ, ਤੇਰਾ ਵੀ ਗੁਰੂ ਕੌਣ ਹੈ, ਕਿਹਨੇ ਤੈਨੂੰ ਸਿੱਖਿਆ ਦਿੱਤੀ ਹੈ,
ਖੋਟੀ ਜਿਹੜੀ ਤੇਰੀ ਚਾਲ ਕੀਤੀ ਮਰਿਆਦਾ ਹੈ। ਸ਼ਾਹ ਕਹੈ ਭੂਪਤ ਸੁਨ ਲੀਜੈ। ਮਾਨਸੁਖ ਸ਼ਾਹ ਕਹਿਣ ਲੱਗਾ, ਸ਼ਿਵਨਾਭ ਰਾਜਾ ਜੀ ਮੇਰਾ ਬਚਨ ਸੁਣ ਲਈਏ। ਏਕ ਕੁਤਰਕ ਨਾ ਮਨ ਮੈਂ ਕੀਜੈ। ਇੱਕ ਵੀ ਜੋ ਮੈਂ ਕਰਦਾ ਨਾ ਕੰਮ, ਮੇਰੇ ਇੱਕ ਕੰਮ ਤੇ ਵੀ ਰਾਜਾ ਜੀ ਤੁਸੀਂ ਤਰਕ ਨਾ ਮਨ ਵਿੱਚ ਕਰੀਏ। ਜਗਤ ਤਰੋਵਰ ਕੇ ਸਮਝਾਨਹੁ। ਇਹ ਜਿਹੜਾ ਸੰਸਾਰ ਹੈ ਧਰਮ ਗ੍ਰੰਥਾਂ 'ਚ ਲਿਖਿਆ ਹੋਇਆ ਹੈ, ਸੰਤ ਮਹਾਂਪੁਰਸ਼ ਸ੍ਰੇਸ਼ਟ ਵੀ ਕਹਿੰਦੇ ਹੈ ਕਿ ਇਹ ਜਿਹੜਾ ਸੰਸਾਰ ਹੈ ਇਹਨੂੰ ਤੂੰ ਰੁੱਖ ਦੇ ਸਮਾਨ ਜਾਣ ਲਾ। ਇਹ ਕੇ ਸ਼ਿਖਰ ਮੁਕਤ ਫਲ ਮਾਨਹੁ। ਜਿਵੇਂ ਰੁੱਖ ਦੀ ਚੋਟੀ ਦੇ ਉੱਪਰ ਸੋਹਣਾ ਫਲ ਲੱਗਾ ਹੁੰਦਾ ਹੈ, ਇਸੇ ਤਰ੍ਹਾਂ ਸੰਸਾਰ ਰੂਪੀ ਜਿਹੜਾ ਰੁੱਖ ਹੈ ਇਹਦੇ ਸਿਖਰ ਚੋਟੀ ਦੇ ਉੱਪਰ ਫਲ ਲੱਗਾ ਹੈ, ਮੰਨ ਲੈ। ਤਾਕੋ ਲੈਣਾ ਹੇਤ ਦ્વੈ ਪੰਥਾ। ਸੰਸਾਰ ਰੂਪੀ ਰੁੱਖ ਦੇ ਸਿਖਰ ਤੇ ਮੁਕਤੀ ਰੂਪ ਫਲ ਲੱਗਾ, ਉਹਨੂੰ ਮੰਨ ਲੈ। ਉਸ ਨੂੰ ਲੈਣ ਵਾਸਤੇ ਦੋ ਪੰਥ, ਦੋ ਰਸਤੇ ਦੱਸੇ ਹਨ। ਸਰਬ ਸੰਤ ਭਾਖਤ ਪੁਨ ਗ੍ਰੰਥਾ। ਸਾਰੇ ਸੰਤ ਵੀ ਕਹਿੰਦੇ ਆ, ਫਿਰ ਜਿਹੜੇ ਧਾਰਮਿਕ ਪੁਸਤਕ ਹੈ, ਵੇਦ ਪੁਰਾਣ ਆਦਿਕ ਗਿਆਨਮਈ ਗ੍ਰੰਥ, ਉਹ ਵੀ ਇਹ ਗੱਲ ਕਹਿੰਦੇ ਵੀ ਸੰਸਾਰ ਰੂਪੀ ਰੁੱਖ ਦੇ ਉੱਪਰ ਮੁਕਤੀ ਰੂਪ ਫਲ ਲੱਗਾ ਹੈ ਸਿਖਰ ਚੋਟੀ ਤੇ। ਇੱਕ ਬਿਹੰਗ ਇੱਕ ਕੀਟੀ ਰੀਤਾ। ਉਹ ਸੰਤ ਵੀ ਕਹਿੰਦੇ, ਗ੍ਰੰਥ ਵੀ ਕਹਿੰਦੇ ਹੈ ਕਿ ਉਸ ਫਲ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਤੇ ਪੰਛੀ ਹੈ, ਇੱਕ ਪੰਛੀ ਦੀ ਰੀਤੀ ਹੈ ਮਰਿਆਦਾ, ਇੱਕ ਕੀੜੀ ਦੀ ਰੀਤੀ ਹੈ। ਜਿਵੇਂ ਪੰਛੀ ਉਡਾਰੀ ਮਾਰ ਕੇ ਚੜ੍ਹਿਆ ਜਾਂਦਾ ਬੜੀ ਛੇਤੀ ਨਾਲ ਚੋਟੀ ਤੇ, ਕੀੜੀ ਜਿਹੜੀ ਹੌਲੀ ਹੌਲੀ ਜਾਂਦੀ ਰੁੱਖ ਤੇ ਚੜ੍ਹ ਕੇ। ਚੱਲਹਿ ਨਿਰੰਤਰ ਪਾਏ ਸਪਰੀਤਾ। ਇਹ ਦੋਵੇਂ ਇੱਕ ਰਸ ਬੜਾ ਚੱਲੇ ਜਾਂਦੇ ਹੈ, ਮੁਕਤੀ ਫਲ ਨੂੰ ਪ੍ਰਾਪਤ ਕਰਨ ਵਾਸਤੇ ਬੜੀ ਪ੍ਰੀਤੀ ਦੇ ਸਹਿਤ। ਜਿਨ੍ਹਾਂ ਕੋ ਸਤਿਗੁਰ ਮਿਲਹਿ ਕਿਰਪਾਲਾ। ਪਰ ਰਾਜਨ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦਿਆਲੂ ਕਿਰਪਾਲੂ ਮਿਲ ਜਾਣ, ਤੇ ਖਗ ਜਾਂ ਪਹੁੰਚਹਿ ਤਤਕਾਲਾ। ਉਹ ਮਹਾਂਪੁਰਸ਼ ਗਿਆਨੀ ਇਵੇਂ ਜਾਂਦੇ ਜਿਸ ਤਰ੍ਹਾਂ ਪੰਛੀ ਬੜੀ ਛੇਤੀ ਰੁੱਖ ਦੀ ਚੋਟੀ 'ਤੇ ਪਹੁੰਚ ਜਾਂਦਾ ਹੈ ਉਡਾਰੀ ਮਾਰ ਕੇ, ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਮਿਲ ਜਾਂਦੇ ਆ ਉਹ ਪੰਛੀ ਵਾਂਗ ਬੜੀ ਛੇਤੀ ਪਹੁੰਚ ਜਾਂਦੇ ਆ ਸੰਸਾਰ ਰੂਪੀ ਸਿਖਰ ਚੋਟੀ 'ਤੇ। ਮਿਲੈ ਨਾ ਸਤਿਗੁਰ ਜਿਨ ਕੋ ਪੂਰੇ। ਬਾਕੀ ਵੀ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨਹੀਂ ਮਿਲਦੇ, ਇਹਨਾਂ ਕੋ ਫਲ ਲੈਨੋ ਅਤ ਦੂਰੇ। ਉਹਨਾਂ ਨੂੰ ਇਹ ਮੁਕਤੀ ਰੂਪ ਫਲ ਲੈਣਾ ਅਤੀ ਦੂਰ ਹੈ, ਬਹੁਤ ਦੂਰ ਕਠਿਨ ਹੈ। ਤੇਨਾ ਕੀ ਗਤ ਕੀਤੀ ਕੀ ਨਿਆਈ। ਸ਼ਿਵਨਾਭ ਰਾਜ ਉਹਨਾਂ ਦੀ ਜਿਹੜੀ ਗਤ ਹਾਲਤ ਰੀਤੀ ਹੈ ਉਹ ਕੀੜੀ ਦੀ ਨਿਆਈ ਜਾਣ ਲੈ। ਦੁਸਤਰ ਪਹੁੰਚਨ ਹੈ ਤਹ ਥਾਈ। ਜਿਸ ਤਰ੍ਹਾਂ ਕੀੜੀ ਨੂੰ ਜਾਣ ਲੱਗਿਆ ਬੜਾ ਸਮਾਂ ਲੱਗ ਜਾਂਦਾ ਉਹ ਚੋਟੀ ਤੱਕ ਜਾਂਦਿਆਂ, ਇਸੇ ਤਰ੍ਹਾਂ ਉਹ ਕੀੜੀ ਵਰਗਿਆਂ ਦਾ ਉਸ ਮੁਕਤੀ ਰੂਪ ਫਲ ਨੂੰ ਪ੍ਰਾਪਤ ਕਰਨ ਵਾਸਤੇ ਪਹੁੰਚਣਾ ਬਹੁਤ ਦੁਸਤਰ ਕਠਿਨ ਹੈ। ਤੁਮ ਇਕਾਦਸ਼ੀ ਬ੍ਰਤ ਰਖੰਤੇ। ਆ ਜੋ ਤੁਸੀਂ ਇਕਾਦਸ਼ੀ ਆਦਿ ਵਰਤ ਰੱਖਦੇ ਹੋ ਇਹ ਕੀੜੀ ਦੀ ਨਿਆਈ ਹਨ। ਦਿਨ 15ਵੇਂ ਸੰਯਮ ਕਰੰਤੇ। ਤੇ ਦਿਨ 15ਵੇਂ ਜਾ ਕੇ ਤੁਸੀਂ ਸੰਜਮ ਰੱਖਦੇ ਹੋ, ਕਰਦੇ ਹੋ, ਪਤ ਪਰਹੇਜ ਰੱਖਦੇ ਹੋ। ਇਹ ਚੰਦਰਮਾ ਦੇ ਦਿਨ ਹੁੰਦੇ ਆ, ਥਿੱਤਾਂ ਵਿੱਚ ਆਉਂਦੇ ਆ। 15 ਦਿਨ ਚੰਦਰਮਾ ਵੱਧਦਾ ਹੈ, 15 ਦਿਨ ਘਟਦਾ ਹੈ, ਤੇ ਉਹਦੇ ਵਿੱਚ ਜਿਹੜੀਆਂ ਥਿੱਤਾਂ ਹੁੰਦੀਆਂ, ਜਿਹੜੀ 11ਵੀਂ ਥਿੱਤ ਹੈ ਉਹਨੂੰ ਕਹੀਦਾ ਇਕਾਦਸ਼ੀ, ਤੇ 15 ਦਿਨਾਂ ਬਾਅਦ ਹੀ ਇਹ ਇਕਾਦਸ਼ੀ ਆਉਂਦੀ ਹੈ। ਤੇ ਉਹ ਇਕਾਦਸ਼ੀ ਵਾਲੇ ਦਿਨ ਸਨਾਤਨ ਮਤ ਵਿੱਚ ਵਰਤ ਰੱਖਿਆ ਜਾਂਦਾ ਹੈ, ਜਿਸ ਕਰਕੇ ਮਾਨਸੁਖ ਸ਼ਾਹ ਕਹਿ ਰਹੇ ਹੈ ਕਿ ਤੁਸੀਂ ਤੇ ਇਕਾਦਸ਼ੀ ਦਾ ਵਰਤ ਰੱਖਦੇ ਹੋ, 15ਵੇਂ ਦਿਨ ਜਾ ਕੇ ਤੁਸੀਂ ਸੰਜਮ ਰੱਖਦੇ ਹੋ। ਕਾਮ ਕ੍ਰੋਧ ਪੁਨ ਖਾਨ ਰੂਪਾਨਾ। ਵੀ ਉਹ 15ਵੇਂ ਦਿਨ ਤੁਸੀਂ ਆ ਕਾਮ ਬੇਤੀ ਚੋਂ ਮੁਕਤ ਹੁੰਦੇ ਆ, ਵੀ ਅੱਜ ਕਾਮ ਚੇਸ਼ਟਾ ਨਹੀਂ ਕਰਨੀ ਹੈ, ਕ੍ਰੋਧ 'ਚ ਨਹੀਂ ਆਉਣਾ ਹੈ, ਖਾਣਾ ਨਹੀਂ ਹੈ, ਕੁਝ ਪੀਣਾ ਨਹੀਂ ਹੈ, ਭੁੱਖੇ ਧਿਆਏ ਮਰਦੇ ਹੋ। ਇੱਕ ਦਿਨ ਤੁਮ ਨਾ ਕਰਤਰ ਜਾਨਾ। ਰਾਜਾਨਾ ਰਾਜਾ ਤੁਸੀਂ ਤੇ ਇੱਕ ਦਿਨ ਪਤ ਪਰਹੇਜ ਸਾਰਾ ਕਰਦੇ ਹੋ।
ਆਸ ਸੰਜਮ ਮਹਿ ਸੰਤ ਸਦੀਵਾ। ਤੁਹਾਡਾ ਤੇ ਉਹ 11ਵੀਂ ਜਿਹੜੀ ਇਕਾਦਸ਼ੀ ਹੈ ਉਹਦੇ ਉਸ ਦਿਨ ਵਰਤ ਹੁੰਦਾ ਵੀ ਅੱਜ ਖਾਣਾ ਨਹੀਂ ਹੈ, ਕੁਝ ਪੀਣਾ ਨਹੀਂ ਹੈ, ਗੁੱਸਾ ਨਹੀਂ ਕਰਨਾ ਹੈ, ਕ੍ਰੋਧ ਨਹੀਂ ਕਰਨਾ ਹੈ, ਕਾਮ ਚੇਸ਼ਟਾ ਨਹੀਂ ਕਰਨੀ ਹੈ। ਪਰ ਇਹੋ ਜਿਹਾ ਜਿਹੜਾ ਸੰਜਮ ਪਤ ਪਰਹੇਜ਼ ਹੈ ਉਹ ਜਿਹੜੇ ਸੰਤ ਰੱਬ ਦੇ ਉਹਨਾਂ ਵਿੱਚ ਤੇ ਸਦਾ ਹੀ ਵਰਤ ਰਿਹਾ ਹੈ। ਵਰਤਤ ਹੈ ਨਿਜ ਮਨ ਕਰ ਨੀਵਾ। ਉਹ ਤੇ ਆਪਣੇ ਮਨ ਨੂੰ ਨੀਵਾ ਕਰਕੇ ਆਪਣੇ ਵਿੱਚ ਹਮੇਸ਼ਾ ਹੀ ਵਰਤਦੇ ਹੈ। ਥੋੜਾ ਉਹ ਖਾਂਦੇ, ਥੋੜਾ ਉਹ ਪੀਂਦੇ, ਥੋੜਾ ਬੋਲਦੇ, ਥੋੜਾ ਸੌਂਦੇ, ਥੋੜਾ ਉਹ ਗੁੱਸਾ ਨਹੀਂ ਕਰਦੇ, ਉਹ ਕ੍ਰੋਧ ਨਹੀਂ ਕਰਦੇ, ਕਾਮ ਚੇਸ਼ਟਾ 'ਚ ਨਹੀਂ ਪੈਂਦੇ। ਥੋੜੋ ਖਾਨ ਸੈਨ ਪੁਨ ਥੋੜਾ। ਥੋੜਾ ਹੀ ਉਹ ਖਾਂਦੇ ਹੈ, ਥੋੜਾ ਉਹ ਸੌਂਦੇ, ਥੋੜਾ ਹੀ ਉਹ ਬੋਲਦੇ ਹਨ। ਤਿਨ ਪਰ ਕਾਮ ਨਾ ਕ੍ਰੋਧ ਨਾ ਜੋਰਾ। ਇਹ ਜਿਹੜਾ ਦੁਸ਼ਟ ਕਾਮ ਹੈ ਤੇ ਜਿਹਦਾ ਜਿਹੜਾ ਕ੍ਰੋਧ ਹੈ, ਕਾਮ ਬਾਰੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੇ ਕਾਮ ਹੈ ਉਂਝ ਤੇ ਇਹਦਾ ਬਹੁਤ ਬਲ ਹੈ ਸਾਰੀ ਸਮਸ਼ਟੀ ਸ੍ਰਿਸ਼ਟੀ ਨਾਲ, ਪਰ ਇੱਕ ਮਨੁੱਖ ਉੱਪਰ ਕਹਿੰਦੇ 10,000 ਹਾਥੀਆਂ ਜਿੰਨਾ ਬਲ ਹੈ ਇਸ ਕਾਮ ਵਿੱਚ, ਜਿਹਦੇ ਕਰਕੇ ਮਨੁੱਖ ਕਾਮੀ ਜਦੋਂ ਹੋ ਜਾਂਦਾ ਫਿਰ ਉਹਦਾ ਵੱਸ ਨਹੀਂ ਚੱਲਦਾ ਹੈ। ਕਿਉਂਕਿ ਇੱਕ ਹਾਥੀ ਨੂੰ ਹੀ ਮਨੁੱਖ ਨਹੀਂ ਸੰਭਾਲ ਸਕਦਾ ਤੇ 10,000 ਹਾਥੀ ਜਿੱਥੇ ਜ਼ੋਰ ਚਲਾ ਜਾਣ ਉੱਥੇ ਮਨੁੱਖ ਦੀ ਤਾਂ ਕੋਈ ਆਵਾਜ਼ ਨਹੀਂ। ਇਸ ਕਰਕੇ ਕਾਮ ਦੇ ਵਿੱਚ ਇੰਨਾ ਬਲ ਦੱਸਿਆ ਵੀ 10,000 ਹਾਥੀਆਂ ਦਾ ਮੁਕਾਬਲਾ ਕਰਦਾ ਇੱਕ ਮਨੁੱਖ ਉੱਪਰ ਕਾਮ। ਜਦੋਂ ਇਹ ਆਮ ਮਨੁੱਖਾਂ 'ਤੇ ਝੱਟ ਹੀ ਜ਼ੋਰ ਪਾ ਜਾਂਦਾ ਹੈ, ਪਰ ਸੰਤ ਆਤਮਦਰਸ਼ੀ ਜਿਹੜੇ ਬੜੇ ਗਿਆਨੀ ਹੁੰਦੇ ਉਹਨਾਂ 'ਤੇ ਕਾਮ ਜ਼ੋਰ ਨਹੀਂ ਪਾਉਂਦਾ। ਜਿਸ ਕਰਕੇ ਮਨਸੁਖ ਸ਼ਾਹ ਜੀ ਕਹਿੰਦੇ ਆ ਕਿ ਰਾਜਾ ਜੀ ਜਿਹੜਾ ਕਾਮ ਤੇ ਕ੍ਰੋਧ ਉਹਦਾ ਬਲ ਨਹੀਂ ਚੱਲਦਾ ਉਹਨਾਂ ਸੰਤਾਂ ਉੱਪਰ। ਦਿਵਸ 15ਵੇਂ ਜਗ ਮੈਂ ਆਵੈ। ਇਹ ਜਿਹੜਾ ਤੁਹਾਡਾ ਵਰਤ ਹੈ ਇਕਾਦਸ਼ੀ ਦਾ, ਇਹ ਤੇ 15ਵੇਂ ਦਿਨ ਜਗ ਆਉਂਦਾ ਹੈ ਸੰਸਾਰ ਵਿੱਚ। ਬ੍ਰਤ ਇਕਾਦਸ਼ੀ ਜੋ ਕਹਿਲਾਵੈ। ਜੋ ਇਹ ਬ੍ਰਤ ਇਕਾਦਸ਼ੀ ਕਹਿਲਾਉਂਦਾ ਹੈ, ਜਿਹਦੇ ਵਿੱਚ ਤੁਸੀਂ ਨਿਯਮ ਰੱਖਦੇ ਹੋ, ਇਹਨਾਂ ਚੀਜ਼ਾਂ ਦਾ ਪਤ ਪਰਹੇਜ਼ ਰੱਖਦੇ ਹੋ। ਦੋਹਰਾ ਸੋ ਇਕਾਦਸ਼ੀ ਸਦਾ ਹੀ। ਉਹ ਜਿਹੜਾ ਇਕਾਦਸ਼ੀ ਦਾ ਵਰਤ ਹੈ ਉਹ ਹਮੇਸ਼ਾ ਹੀ ਸੰਤਨ ਕੇ ਮਨ ਮਾਹੇ। ਸੰਤਾਂ ਦੇ ਮਨ ਵਿੱਚ ਵਰਤਦਾ 12 ਮਹੀਨੇ 24 ਘੰਟੇ ਹੀ। ਜੋ ਤੂੰ ਭਾਖਤ ਬ੍ਰਤ ਕੋ। ਜੋ ਤੂੰ ਇਹ ਇਕਾਦਸ਼ੀ ਦਾ ਵਰਤ ਕਹਿਣਾ ਹੈ, ਗਤ ਐਸੀ ਲੱਖ ਤਾਹੇ। ਉਹਦੀ ਤੇ ਤੂੰ ਇਹੋ ਜਿਹੀ ਹਾਲ ਦੀ ਜਾਣ ਲੈ ਵੀ ਇੱਕ ਦਿਨ ਦਾ ਹੀ ਪਤ ਪਰਹੇਜ਼ ਹੈ, ਬਾਕੀ 14 ਦਿਨ ਤੇ ਤੁਸੀਂ ਕ੍ਰੋਧੀ ਵੀ ਹੋ, ਗਾਲਾਂ ਵੀ ਕੱਢਦੇ ਹੋ, ਕਾਮ ਚੇਸ਼ਟਾ ਕਰਦੇ, ਖਾਂਦੇ ਪੀਂਦੇ ਵੀ ਖੁੱਲਾ ਡੁੱਲਾ ਹੀ ਹੋ। ਚੌਪਈ ਹੁਣ ਮੱਜਨ ਕੀ ਗਾਥਾ ਸੁਣੀਏ। ਜੋ ਤੂੰ ਕਹਿਣਾ ਵੀ ਅਸੀਂ ਇਸ਼ਨਾਨ ਨਹੀਂ ਕਰਦੇ ਹਾਂ ਰਾਜਨ, ਉਹ ਇਸ਼ਨਾਨ ਦੀ ਵੀ ਕਥਾ ਗਾਥਾ ਸੁਣੀਏ। ਨਿਸ਼ਚੇ ਨਾਨ ਅਧਿਕ ਫਲ ਜਨਜਨੀਏ। ਜਿਹੜਾ ਆ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਵੱਡੀ ਰਾਤ, ਇਹ ਨਿਸ਼ਚੈ ਕਰ ਲਾ ਵੀ ਇਹਦਾ ਬਹੁਤਾ ਫਲ ਜਾਣ ਲੈ, ਬਹੁਤ ਫਲ ਪ੍ਰਾਪਤ ਹੁੰਦਾ ਵੱਡੀ ਰਾਤ ਨਹਾਤਿਆਂ ਇਸ਼ਨਾਨ ਕੀਤਿਆਂ। ਜਾਮ ਜਾਮਨੀ ਨਾਵਨ ਕਰਹੀ। ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਪਹਿਰ ਰਾਤ ਰਹਿੰਦਿਆਂ ਨਹਾਉਣਾ ਕਰੀਏ, ਪਹਿਰ ਰਾਤ ਰਹਿੰਦਿਆਂ ਭਾਵ 2:30-3 ਵਜੇ ਦੇ ਕਰੀਬ। ਕੰਚਨ ਭਾਰ ਦਾਨ ਫਰਹਰ ਫਰਹੀ। ਉਹ ਜਿਵੇਂ ਸੋਨੇ ਦਾ ਭਾਰ, ਜਿਹੜਾ ਕੋਈ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਹੈ ਉਹਨੂੰ ਇੰਨਾ ਉਹਦਾ ਫਲ ਫਲਦਾ, ਇੰਨਾ ਫਲ ਹੁੰਦਾ ਵੀ ਜਿਵੇਂ ਉਹ ਸੋਨੇ ਦਾ ਜਿਹੜਾ ਭਾਰ ਦਾਨ ਕਰੇ। ਭਾਰ ਕਹਿੰਦਾ ਹੈ 5 ਮਣ ਪੱਕਾ। ਇਹ ਤਰ੍ਹਾਂ ਤਰ੍ਹਾਂ ਦੇ ਭਾਰ ਲਿਖੇ ਹੋਏ ਹੈ, ਅਸਲ ਵਿੱਚ ਵੀ 5 ਮਣ ਪੱਕਾ। ਅਤੇ ਜਿਹੜੇ ਵਿਦਵਾਨ ਉਹਨਾਂ ਨੇ ਇਹਦਾ ਕੀਤਾ ਵੀ 3260 ਤੋਲੇ ਜੇ ਕੋਈ ਦਾਨ ਕਰੇ, ਇੰਨਾ ਦਾਨ ਸੋਨੇ ਦਾ, ਅਤੇ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਪਹਿਰ ਰਾਤ ਰਹਿੰਦਾ ਉਹਨੂੰ ਇੰਨਾ ਫਲ ਪ੍ਰਾਪਤ ਹੁੰਦਾ ਹੈ। ਚਤੁਰ ਘਟੀ ਨਿਸ ਤੇ ਜੋ ਨਾਵੈ। ਜੋ 4 ਘੜੀਆਂ ਰਾਤ ਰਹਿੰਦਿਆਂ ਇਸ਼ਨਾਨ ਕਰਦਾ, ਭਾਵ ਪੌਣੇ 2 ਘੰਟੇ ਜਦੋਂ ਰਹਿ ਜਾਂਦੇ ਰਾਤ ਬਤੀਤ ਹੋਣ 'ਚ, ਲੰਘ ਜਾਣ 'ਚ, ਤਿਤਨੋ ਦਾਨ ਰਜਤ ਫਲ ਪਾਵੈ। ਉਹਨਾਂ ਹੀ ਉਹ ਦਾਨ ਸੋਨੇ ਜਿੰਨਾ ਹੀ ਫਲ ਪਾਉਂਦਾ, ਭਾਵ ਉਧਰ ਦੇ 3260 ਤੋਲੇ ਸੋਨਾ ਦਾਨ ਕਰੇ ਇੰਨਾ ਫਲ ਹੈ ਪਹਿਰ ਰਾਤ ਰਹਿੰਦਿਆਂ। ਇੱਧਰ ਜਿਹੜਾ 4 ਘੜੀਆਂ ਰਾਤ ਰਹਿੰਦਿਆਂ ਇਸ਼ਨਾਨ ਕਰੇਗਾ
ਜਿਵੇਂ ਕੋਈ 3260 ਤੋਲੇ ਚਾਂਦੀ ਦਾਨ ਕਰੇ ਇੰਨਾ ਫਲ ਪ੍ਰਾਪਤ ਹੁੰਦਾ ਹੈ। ਘੜੀ ਰਹਿਣਾ ਤੇ ਕਰਹਿ ਸਨਾਨਾ। 3260 ਕਹਿ ਲਓ ਜਾਂ 5 ਮਣ ਕਹਿ ਲਓ, ਇੱਕ ਹੀ ਗੱਲ ਹੈ। ਜੋ ਘਟੀ ਰਹਿਣ ਰਾਤ ਘੜੀ ਰਾਤ ਰਹਿੰਦਿਆਂ ਜੋ ਇਸ਼ਨਾਨ ਕਰਦਾ ਹੈ, ਭਾਵ ਰਾਤ ਮੁੱਕਣ 'ਚ ਜਦੋਂ 24 ਕੁ ਮਿੰਟ ਰਹਿ ਜਾਂਦੇ ਹੈ, ਫਲ ਹੋਇਆ ਖੀਰ ਸਵਾਮਨ ਦਾਨਾ। ਸਵਾ ਮਣ ਦਾਣਾ। ਇਹ ਸਵਾ ਮਣ ਦਾਨਾ ਜਿਵੇਂ ਕੋਈ ਦੁੱਧ ਸਵਾ ਮਣ ਕਿਸੇ ਨੂੰ ਦਾਨ ਕਰਦੇ ਇੰਨਾ ਫਲ ਹੈ ਜਿਹੜਾ ਘੜੀ ਕੁ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਹੈ। ਪ੍ਰਾਤ ਕਾਲ ਉਠ ਕਰ ਜੋ ਨਾਵੈ। ਬਾਕੀ ਜੋ ਆ ਚਾਨਣ ਹਨੇਰੇ ਮੂੰਹ ਹਨੇਰੇ ਜਿਹੇ ਵਿੱਚ ਇਸ਼ਨਾਨ ਕਰਦਾ, ਭਾਵ ਰਾਤ ਸਾਰੀ ਮੁੱਕ ਜਾਂਦੀ ਹੈ ਅਤੇ ਦਿਨ ਵੀ ਹਲੇ ਚੜ੍ਹਿਆ ਨਹੀਂ ਹੁੰਦਾ ਅਤੇ ਦਿਨ ਸੰਧਿਆ ਦੇ ਵਾਂਗ ਜਿਹੜਾ ਹੁੰਦਾ ਹੈ, ਇਸ ਸਮੇਂ ਜਿਹੜਾ ਉੱਠ ਕੇ ਇਸ਼ਨਾਨ ਕਰਦਾ ਮਨੁੱਖ ਮਨ ਜਲ ਦਾਨ ਕਰੇ ਫਲ ਪਾਵੈ। ਮਾਨੋ ਕਿ ਉਹ ਇੱਕ ਮਣ ਜਲ ਦਾਨ ਕਰ ਦੇਵੇ ਇੰਨਾ ਫਲ ਪਾਉਂਦਾ ਹੈ। ਜਲ ਦਾ ਦਾਨ ਹੀ ਬਹੁਤ ਮਹਾਨ ਹੈ। ਭਾਵੇਂ ਕਿ ਇੱਥੇ ਆਪਣੇ ਪੰਜਾਬ ਵਿੱਚ ਤੇ ਪਾਣੀ ਬਹੁਤ ਹੈ। ਜਦੋਂ ਇੱਧਰ ਆਪਾਂ ਜੋਧਪੁਰ ਬਾੜਮੇਰ ਰਾਜਸਥਾਨ ਬੀਕਾਨੇਰ ਵੱਲ ਜਾਂਦੇ ਹਾਂ ਰੇਗਿਸਤਾਨ ਵਿੱਚ, ਉੱਥੇ ਪਾਣੀ ਦੀ ਬਹੁਤ ਕੀਮਤ ਹੈ। ਜਾਂ ਪਾਣੀ ਦੀ ਕੀਮਤ ਘਰੋਂ ਬਾਹਰ ਜਾਇਆ ਦੇਸ਼ਾਂ ਵਿਦੇਸ਼ਾਂ ਜਾਂ ਟ੍ਰੇਨਾਂ 'ਚ ਜਾਂਦਿਆਂ ਪਤਾ ਲੱਗਦਾ ਹੈ। ਕਰਦੇ ਆਪਾਂ ਪਾਣੀ ਬਹੁਤ ਬਰਬਾਦ ਕਰ ਦਿੰਦੇ ਹਾਂ ਅਤੇ ਉਹ ਜਲ ਦਾ ਦਾਨ ਬਹੁਤ ਮਹਾਨ ਹੈ। ਜਿਹੜਾ ਕੋਈ ਦਿਨ ਚੜ੍ਹੇ ਇਸ਼ਨਾਨ ਕਰਦਾ, ਭਾਵ ਜਦੋਂ ਨਾ ਰਾਤ ਖਤਮ ਹੋ ਜਾਂਦੀ ਹੈ ਪਰ ਮੂੰਹ ਹਨੇਰਾ ਜਿਹਾ ਹੁੰਦਾ ਹੈ, ਥੋੜ੍ਹਾ ਥੋੜ੍ਹਾ ਦਿਖਦਾ ਵੀ ਹੈ, ਉਸ ਵੇਲੇ ਜਿਹੜਾ ਇਸ਼ਨਾਨ ਕਰਦਾ ਉਹਦਾ ਇੰਨਾ ਫਲ ਹੈ ਕਿ ਇੱਕ ਮਣ ਜਿਵੇਂ ਜਲ ਦਾਨ ਕਰ ਦੇਵੇ। ਦਿਵਸ ਚਰੇ ਤੇ ਨਾਵਹਿ ਜੋ। ਬਾਕੀ ਜੋ ਕਿ ਆ ਮਨੁੱਖ ਹੋ ਕੇ ਪਸ਼ੂਆਂ ਵਰਗਾ ਹੈ ਵੀ ਦਿਨ ਚੜ੍ਹੇ ਇਸ਼ਨਾਨ ਕਰਦਾ ਹੈ, ਤਾਂ ਕੋ ਹੋਇ ਨਾ ਪੁੰਨ ਫਲ ਕੋ। ਉਸ ਨੂੰ ਕੋਈ ਪੁੰਨ ਦਾ ਫਲ ਨਹੀਂ ਹੁੰਦਾ। ਫਲ ਏਤੋ ਹੀ ਇਹ ਪੁਨੀਤਾ। ਦੇਹ ਪੁਨੀਤਾ, ਬਸ ਇੰਨਾ ਹੀ ਫਲ ਹੈ ਵੀ ਉਹਦਾ ਸਰੀਰ ਦੀ ਪਵਿੱਤਰਤਾ ਹੋ ਜਾਂਦੀ ਜਿਹੜਾ ਧੁੱਪ ਚੜ੍ਹੀ ਦੇ ਇਸ਼ਨਾਨ ਕਰਦਾ ਹੈ। ਬਾਕੀ ਉਹਨੂੰ ਕੋਈ ਸੋਨੇ ਦਾ, ਚਾਂਦੀ ਦਾ, ਦੁੱਧ ਦਾ, ਜਲ ਦਾ ਕੋਈ ਫਲ ਨਹੀਂ ਹੁੰਦਾ। ਵੇ 5 ਪ੍ਰਕਾਰ ਦਾ ਮਹੱਤਮ ਹੈ ਜਲ ਨਾਲ ਇਸ਼ਨਾਨ ਕਰਨ ਦਾ। ਨਿਸ ਤੇ ਨਾਵਨ ਆਦਿ ਰੀਤਾ। ਰਾਤ ਦੇ ਜਿਹੜਾ ਨਹਾਉਣਾ ਹੈ ਪਹਿਰ ਰਾਤ ਰਹਿੰਦਿਆਂ, ਇਹ ਰਾਜਣੇ ਦੀ ਆਦਿ ਦੀ ਰੀਤੀ ਹੈ, ਸਨਾਤਨ ਮਤ ਦੀ, ਭਾਵ ਮੁੱਢ ਤੋਂ ਹੀ ਰੀਤੀ ਹੈ। ਨਿਗਮਾਗਮ ਹੀ ਅਹ ਨਿਦੇਸ਼ਾ। ਇਹ ਕੋਈ ਮੇਰੀ ਆਗਿਆ ਨਹੀਂ, ਤੇ ਨਿਗਮ ਵੇਦ ਆਗਮ ਜਿਹੜੇ ਸ਼ਾਸਤਰ ਹੈ ਉਹਨਾਂ ਦੀ ਆਗਿਆ ਹੈ। ਨਹਿ ਕੱਛ ਮੇਰੋ ਵਾਕ ਨਰੇਸ਼ਾ। ਇਹ ਰਾਜਨੇ ਇਹਦੇ ਵਿੱਚ ਮੇਰਾ ਕੋਈ ਬਚਨ ਨਹੀਂ ਹੈ। ਜੇ ਤੂੰ ਅਸ ਸੰਸੈ ਉਪਜਾਇਸ। ਬਾਕੀ ਜੇ ਤੂੰ ਇਸ ਤਰ੍ਹਾਂ ਦਾ ਸੰਸਾ ਪੈਦਾ ਕਰਦਾ ਵੀ ਮੈਂ ਜੋ ਕਹਾਂ, ਭਾਨ ਉੱਗੇ ਤੇ ਮੱਜਨ ਆਇਸ। ਵੀ ਇਹ ਮੇਰੀ ਆਗਿਆ ਹੀ ਹੈ ਵੀ ਜਦੋਂ ਸੂਰਜ ਚੜ੍ਹਨਾ ਉਦੋਂ ਇਸ਼ਨਾਨ ਕਰਨਾ। ਮੈਂ ਕਿਹਾ ਵੀ ਪਹਿਲਾਂ ਨਹੀਂ ਇਸ਼ਨਾਨ ਕਰਨਾ। ਜੇ ਤੂੰ ਇਹੋ ਜਿਹੀ ਗੱਲ ਕਹਿਣਾ ਹੈ ਤਾਂ ਪਰ ਮੇਰੋ ਬਚਨ ਸੁਣੀਜੈ। ਉਸ ਉੱਪਰ ਤੂੰ ਮੇਰਾ ਬਚਨ ਸੁਣ। ਨੀਕੇ ਸਮਤ ਧਾਰ ਮਨ ਲੀਜੈ। ਚੰਗੀ ਮੱਤ ਨਾਲ ਚੰਗੀ ਤਰ੍ਹਾਂ ਮਨ ਵਿੱਚ ਧਾਰ ਲੈ। ਦੋਹਰਾ ਕਿਤਕ ਦਿਨਨ ਤੈ ਪ੍ਰਵਿਰਤੀ। ਇਹ ਜਿਹੜਾ ਵੀ ਸੂਰਜ ਉੱਗੇ ਤੇ ਇਸ਼ਨਾਨ ਕਰਨਾ ਹੈ ਮੇਰੀ ਆਗਿਆ ਰਾਜਨ ਸੁਣ। ਇਹ ਤੇ ਕੁਝ ਕੁ ਦਿਨਾਂ ਤੋਂ ਪ੍ਰਚਲਿਤ ਹੋਈ ਹੈ ਗੱਲ। ਕਰਮ ਕਾਂਡ ਕੀ ਰੀਤ। ਇਹ ਤੇ ਕਰਮ ਕਾਂਡੀਆਂ ਦੀ ਰੀਤੀ ਮਰਿਆਦਾ ਕਰਮ ਕਾਂਡੀਆਂ ਨੇ ਕਿਰਿਆ ਚਲਾਈ ਹੈ। ਕਰਹਿ ਨਾਨ ਰਵ ਉਦੈ ਤੇ। ਕਿਉਂਕਿ ਜਦੋਂ ਸੂਰਜ ਚੜ੍ਹਦਾ ਹੈ ਤੇ ਸੂਰਜ ਚੜ੍ਹੇ ਤੇ ਇਸ਼ਨਾਨ ਕਰਦੇ ਹੈ ਤੇ ਇਹ ਤੇ ਉਹਨਾਂ ਦੀ ਰੀਤੀ ਹੈ। ਬਸ ਬਿਦ ਸਮਝੋ ਚੀਤਾ। ਇਸ ਤਰ੍ਹਾਂ ਆਪਣੇ ਚਿੱਤ ਵਿੱਚ ਸਮਝ, ਕਿਉਂਕਿ ਜਿਹੜੇ ਕਰਮਕਾਂਡੀ ਲੋਕ ਆਪਣੇ ਕਹਿੰਦੇ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ, ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਪਹੁੰਚਾ ਰਹੇ ਹਾਂ, ਜਿਹਦੇ ਕਰਕੇ ਉਹ ਪਹਿਲਾਂ ਇਸ਼ਨਾਨ ਨਹੀਂ ਕਰਦੇ। ਜਦੋਂ ਸੂਰਜ ਚੜ੍ਹਦਾ ਹੈ ਫਿਰ ਗੰਗਾ 'ਚ ਮਾਰ ਕੇ ਚੁੱਭੀਆਂ ਤੇ ਪਾਣੀ ਉਹ ਦਿੰਦੇ, ਕਹਿੰਦੇ ਸੂਰਜ ਨੂੰ ਦੇ ਰਹੇ ਹਾਂ। ਇਹ ਸਾਡਾ ਪਾਣੀ ਜਿਹੜਾ ਪਿੱਤਰਾਂ ਨੂੰ ਪਹੁੰਚ ਰਿਹਾ ਹੈ। ਇਹ ਕਰਮ ਕਾਂਡੀਆਂ ਦੀ ਰੀਤੀ, ਇਸ ਤਰ੍ਹਾਂ ਸਮਝ ਲੈ, ਜਾਣ ਲੈ। ਜੋ ਪਈ ਜਾਮ ਜਾਮਨੀ ਮੱਜਨ ਕਰਕੇ। ਜੋ ਪਹਿਰ ਰਾਤ ਦੀ
ਦੁਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਸਿਮਰਹਿ ਨਾਮ ਪ੍ਰੇਮ ਔਰ ਧਰ ਕੈ ਹਿਰਦੇ ਵਿੱਚ ਬੜਾ ਪ੍ਰੇਮ ਧਾਰ ਕੇ ਤੇ ਪਰਮੇਸ਼ਰ ਦਾ ਨਾਮ ਸਿਮਰਦਾ ਯਾਦ ਕਰਦਾ ਹੈ। ਮਹਿਮਾ ਜਾਗਨ ਪਿਛਲੀ ਰਹਿਣਾ ਕਿਉਂਕਿ ਪਿਛਲੀ ਰਾਤ ਜਿਹੜਾ ਜਾਗਣਾ ਹੈ ਇਹਦੀ ਤੇ ਹੈ ਰਾਜੇ ਬਹੁਤ ਮਹਿਮਾ ਹੈ। ਜਿਹੜਾ ਪਿਛਲੇ ਰਾਤ ਜਾਗਣਾ ਹੈ, ਜਿਵੇਂ ਗੁਰਬਾਣੀ ਵਿੱਚ ਵੀ ਬਚਨ ਹੈ, ਬਾਬਾ ਫਰੀਦ ਜੀ ਕਹਿੰਦੇ ਹੈ, ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵਦੜੋ ਮੋਇਓ ਹੈ। ਹੇ ਮਨੁੱਖ, ਜੇ ਤੂੰ ਪਿਛਲੀ ਰਾਤ ਨਹੀਂ ਨਾ ਜਾਗਦਾ ਪਰਮੇਸ਼ਰ ਦੀ ਬੰਦਗੀ ਵਾਸਤੇ, ਤੂੰ ਤੇ ਜਿੰਦਾ ਹੀ ਮਰ ਗਿਆ ਹੈ ਰੱਬ ਵੱਲੋਂ। ਤੂੰ ਕੀ ਹੋਇਆ ਤੇ ਕੀ ਨਾ ਹੋਇਆ, ਵੀ ਜਿਵੇਂ ਮਰੇ ਲੋਕ ਨਹੀਂ ਉੱਠਦੇ ਇਸੇ ਤਰ੍ਹਾਂ ਤੂੰ ਸੁੱਤਾ ਰਹਿਣਾ ਹੈ। ਪਿਛਲੇ ਰਾਤ ਜਾਗਣ ਦਾ ਬੜਾ ਮਹੱਤਵ ਹੈ। ਇਸੇ ਤਰ੍ਹਾਂ ਹੀ ਮਹਾਰਾਜ ਜੀ ਨੇ ਕਿਹਾ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਚੱਲ ਆਗੇ ਉੱਠ ਨਾਮ ਜਪ। ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ। ਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਇਹ ਜਿਹੜਾ ਬਬੀਹਾ ਪੰਛੀ ਉਹ ਵੀ ਅੰਮ੍ਰਿਤ ਵੇਲੇ ਬੋਲਦਾ ਹੈ। ਅੰਮ੍ਰਿਤ ਵੇਲੇ ਉੱਠਣ ਦਾ ਬਹੁਤ ਲਾਭ ਹੈ। ਇਸ ਕਰਕੇ ਪਰਮੇਸ਼ਰ ਦੀ ਭਗਤੀ ਕਰਨੀ, ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਸੋਚਾਚਾਰ ਇਸ਼ਨਾਨ ਕਰਨਾ, ਉਹ ਸਫਲਾ ਹੁੰਦਾ ਹੈ। ਜਿਹੜਾ ਇਸ਼ਨਾਨ ਕਰਨ ਤੋਂ ਬਿਨਾਂ ਕੋਈ ਨਾਮ ਸਿਮਰਨ ਜਪਣਾ, ਚੁਲੀ ਆਦਿਕ ਸੋਚਾਚਾਰ ਕਿਰਿਆ ਕਰਨ ਤੋਂ ਬਿਨਾਂ ਉਹਦਾ ਲਾਹਾ ਨਹੀਂ ਹੈ। ਪੁਰਾਣਾਂ ਵਿੱਚ ਵੀ ਲਿਖਿਆ ਹੋਇਆ ਹੈ ਵੀ ਉੱਠਦਿਆਂ ਸਾਰ ਹੀ ਪਹਿਲਾਂ ਇਸ਼ਨਾਨ ਕਰਨਾ, ਆਪਣੀ ਪਵਿੱਤਰਤਾ ਕਰਨੀ, ਇਸੇ ਤਰ੍ਹਾਂ ਠਾਕਰਾਂ ਦੀ ਪਵਿੱਤਰਤਾ ਕਰਾ ਕੇ ਤੇ ਫਿਰ ਜਾ ਕੇ ਪੂਜਾ ਆਰੰਭਣੀ ਦਾ ਫਲ ਹੈ। ਦੂਸਰੀ ਪੂਜਾ ਦਾ ਕੋਈ ਲਾਭ ਨਹੀਂ ਹੈ। ਤਾਂ ਹੀ ਸਤਿਗੁਰੂ ਮਹਾਰਾਜ ਨੇ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ। ਕਿਰਿਆ ਆਦਿਕ ਕਰਕੇ, ਦਾਤਨ ਕੁਰਲਾ ਕਰਕੇ ਚੰਗੀ ਤਰ੍ਹਾਂ ਫਿਰ ਇਸ਼ਨਾਨ ਕਰਨਾ, ਸਭ ਕੁਝ ਮਹਾਰਾਜ ਨੇ ਸਾਨੂੰ ਇਹ ਦਿੱਤੀਆਂ ਹਦਾਇਤਾਂ। ਤੇ ਅੰਮ੍ਰਿਤ ਵੇਲੇ ਉੱਠਣ ਲਈ ਕਿਹਾ ਹੈ। ਇਹ ਹਾਂਜੀ ਫੇਰ ਪੜੋ। ਮਹਿਮਾ ਜਾਗਨ ਪਿਛਲੀ ਰਹਿਣਾ। ਇਹ ਰਾਜਨ ਜਿਹੜਾ ਪਿਛਲੀ ਰਾਤ ਜਾਗਣਾ, ਇਹਦੀ ਤੇ ਬਹੁਤ ਮਹਿਮਾ ਹੈ। ਬਾਬਾ ਫਰੀਦ ਜੀ ਕਹਿੰਦੇ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ। ਜਿਹੜਾ ਪਹਿਲੇ ਪੈਰ ਰਾਤ ਦੇ ਜਾਗਦੇ ਰਹਿਣਾ, ਬੰਦਗੀ ਕਰਦੇ ਰਹਿਣਾ ਹੈ, ਕਹਿੰਦੇ ਇਹ ਇਵੇਂ ਜਿਵੇਂ ਪੌਦੇ ਨੂੰ ਫੁੱਲ ਪੈਂਦੇ ਹੈ। ਜਿਹੜਾ ਫਲ ਵੀ ਪੱਛਾ ਰਾਤ, ਜਿਹੜੀ ਪਿਛਲੀ ਰਾਤ ਜਾਗਣਾ, ਉਹ ਪੌਦੇ ਨੂੰ ਸਮਝ ਲਓ ਫਲ ਪੈ ਰਿਹਾ ਹੈ। ਤੇ ਜੋ ਜਗਨ ਲਹਨ ਸੇ, ਜਿਹੜੇ ਜਾਗਦੇ ਉਹੀ ਇਹ ਲਾਹੇ ਲੈਂਦੇ ਹੈ। ਸਾਈਂ ਕੰਨੋਂ ਦਾਤ, ਮਾਲਕ ਪਿੱਛੋਂ ਦਾਤ, ਮਾਲਕ ਕੋਲੋਂ ਦਾਤ ਲੈਂਦੇ ਉਹ ਜਿਹੜੇ ਪਿਛਲੇ ਰਾਤ ਜਾਗਦੇ ਹੈ। ਗੁਰਮੁਖ ਸੰਤ ਮਹੰਤ ਜਿਹੜੇ ਵੱਡੀ ਰਾਤ ਇਸ਼ਨਾਨ ਕਰਦੇ ਹੈ। ਨਿਗਮਾਗਮ ਭਾਖਤ ਕਹਿਬੈ ਨਾਮ। ਇਹ ਜਿਹੜੇ ਬਚਨ ਹੈ ਵੀ ਪਿਛਲੀ ਰਾਤ ਜਾਗਣ ਦੀ ਬੜੀ ਮਹਿਮਾ ਹੈ। ਰਾਜਣੇ ਤੇ ਵੇਦ ਤੇ ਇਸੇ ਤਰ੍ਹਾਂ ਸ਼ਾਸਤਰ ਕਹਿੰਦੇ ਹੈ। ਪੁਨ ਪਾਹਨਾ ਪੂਜਨ ਪ੍ਰਕਾਰਾ। ਹੋਰ ਜੋ ਤੂੰ ਕਹਿਣਾ ਵੀ ਠਾਕਰਾਂ ਦੀ ਪੂਜਾ ਕਰਨੀ, ਪੱਥਰਾਂ ਦੀ, ਉਸ ਦਾ ਵੀ ਢੰਗ ਤਰੀਕਾ ਸੁਣ। ਸੋ ਮੈਂ ਕਹਾ ਸੁਨਹੁ ਨਿਰਧਾਰਾ। ਉਹ ਵੀ ਮੈਂ ਕਹਿਣਾ ਤੂੰ ਨਿਸ਼ਚਾ ਧਾਰ ਕੇ ਸੁਣ। ਖਾਤ ਨਾ ਪੀਤ ਨਾ ਦੇ ਉਪਦੇਸ਼ਾ। ਰਾਜਨ ਤੂੰ ਗੁੱਸਾ ਕਰ ਭਾਵੇਂ ਨਾ ਕਰ, ਪਰ ਅਸੀਂ ਕਹਿੰਦੇ ਵੀ ਇਹ ਤੇਰੇ ਜਿਹੜੇ ਠਾਕਰ ਪੱਥਰ ਹੈ, ਸਾਲਗ੍ਰਾਮ ਹੈ, ਨਾ ਦੇ ਕੁਝ ਖਾਂਦੇ ਹੈ, ਨਾ ਕੁਝ ਪੀਂਦੇ ਹੈ, ਨਾ ਕੁਝ ਉਪਦੇਸ਼ ਹੀ ਕਰਦੇ ਬੋਲਦੇ ਹਨ। ਤਾਹੇ ਸੇਵਾ ਮੈਂ ਕਿਆ ਫਲ ਲੈਸਾ। ਉਸ ਦੀ ਸੇਵਾ ਵਿੱਚ ਭਲਾ ਕਿਸੇ ਨੇ ਕੀ ਫਲ ਲਿਆ ਤੇ ਮੈਂ ਕੀ ਲੈਣਾ। ਇਸ ਕਰਕੇ ਮੈਂ ਨਹੀਂ ਮੰਨਦਾ ਇਹਨਾਂ ਪੱਥਰਾਂ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਹੈ, ਕਾਹੇ ਕੋ ਪੂਜਿਤ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀ। ਤਾਹੇ ਕੋ ਪੂਜ ਪ੍ਰਭੂ ਕਰਕੇ ਜੇ ਪੂਜਿਤ ਹੀ ਅਗੋਗ ਮਿਟਾਹੀ। ਆਦ ਵਿਆਦ ਕੇ ਬੰਧਨ ਜੇਤਕ ਨਾਮ ਕਲੇਤ ਸਬੈ ਛੁਟ ਜਾਹੀ। ਤਾਹੀ ਕੋ ਧਿਆਨ ਪਰਮਾਨ ਸਦਾ ਇਨ ਫੋਗਟ ਧਰਮ ਕਰੇ ਫਲ ਨਾਹੀ। ਇਹ ਫੋਗਟ ਧਰਮ ਕੀਤਿਆਂ ਮਹਾਰਾਜ ਕਹਿੰਦੇ ਫਲ ਨਹੀਂ ਹੈ ਕੋਈ। ਉਸ ਨੂੰ ਪੂਜ, ਜਿਹਨੂੰ ਪੂਜਿਆਂ ਸਾਰੇ ਪਾਪ ਚਲੇ ਜਾਣ।
ਆਦੀਆਂ ਵਿਆਦੀਆਂ ਉਪਾਦੀਆਂ ਸਾਰੇ ਦੁੱਖ ਹੀ ਦੂਰ ਹੋ ਜਾਣ। ਸਤਿਗੁਰ ਪੂਰਨ ਪਰਮ ਕਿਰਪਾਲਾ। ਜੋ ਸਤਿਗੁਰੂ ਹੈ ਨਾ ਮੇਰੇ ਰਾਜਨ ਉਹਦੇ ਪੂਰਨ ਹੈ, ਪਰਮ ਮਹਾਨ ਕਿਰਪਾਲੂ ਦਰਿਆਲੂ ਹੈ। ਸਤਿਗੁਰ ਜਾਗਤਾ ਹੈ ਦਿਓ। ਤਿਨਹਿ ਸੇਵ ਫਲ ਲਿਓ ਵਿਸਾਲਾ। ਉਹਨਾਂ ਦੀ ਮੈਂ ਸੇਵਾ ਕਰਕੇ ਗੁਰਬਾਣੀ ਪੜ੍ਹ ਕੇ ਫਲ ਲੈਂਦਾ ਆ ਰਿਹਾ ਤੇ ਅੱਗੇ ਵੀ ਬਹੁਤ ਲਾਹਾਂਗਾ। ਜਗਤ ਉਧਾਰਨ ਹਿਤ ਤਨ ਧਾਰਾ। ਮੇਰੇ ਸਤਿਗੁਰਾਂ ਨੇ ਸੰਸਾਰ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਰੂਪ ਵਿੱਚ ਸਰੀਰ ਧਾਰਨ ਕੀਤਾ ਹੈ। ਕਾਲ ਕੇ ਕਾਲ ਵਿਖੈ ਅਵਤਾਰਾ। ਕਲਯੁਗ ਦੇ ਸਮੇਂ ਵਿੱਚ ਅਵਤਾਰ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਬਚਨ ਸੋ ਜਿਨ ਕੇ ਭਾਨ ਸਮਾਨਾ। ਰਾਜਨ ਜਿਨ੍ਹਾਂ ਮੇਰੇ ਗੁਰਾਂ ਦੇ ਬਚਨ ਸੂਰਜ ਸਮਾਨ ਹੈ, ਪ੍ਰਕਾਸ਼ ਵਾਲੇ ਗਿਆਨਮਈ। ਤਮ ਅਗਿਆਨ ਕੀਨ ਹਮ ਹਾਨਾ। ਜਿਨ੍ਹਾਂ ਬਚਨਾਂ ਨਾਲ ਮੈਂ ਅਗਿਆਨ ਰੂਪੀ ਘੁੱਪ ਹਨੇਰ ਅੰਧੇ ਹਨੇਰ ਨੂੰ ਨਾਸ ਕੀਤਾ ਹੈ। ਮਗ ਬਿਹੰਗ ਕੋ ਜਿਨਹਿ ਬਤਾਵਾ। ਜਿਨ੍ਹਾਂ ਗੁਰਾਂ ਨੇ ਮੈਨੂੰ ਆ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਹੈ ਪੰਛੀ ਵਾਲਾ ਰਸਤਾ ਦੱਸਿਆ। ਜਿਵੇਂ ਪੰਛੀ ਉਡਾਰੀ ਮਾਰ ਕੇ ਝਾਟੀ ਉਹ ਫਲ ਖਾ ਲੈਂਦਾ ਰੁੱਖ ਤੋਂ, ਇਸੇ ਤਰ੍ਹਾਂ ਸੰਸਾਰ ਰੂਪੀ ਜਿਹੜਾ ਰੁੱਖ ਉਹਦੀ ਚੋਟੀ 'ਤੇ ਜਿਹੜਾ ਮੁਕਤੀ ਰੂਪ ਫਲ ਲੱਗਾ ਹੈ ਉਸ ਨੂੰ ਕਿਵੇਂ ਛਕਣਾ, ਜਿਸ ਦਾ ਰਸਤਾ ਮੈਨੂੰ ਦੱਸਿਆ ਹੈ। ਫਲ ਕੇ ਨਿਕਟ ਜਾਏ ਸੁਖ ਪਾਵਾ। ਮੈਂ ਉਸ ਮੁਕਤੀ ਰੂਪ ਫਲ ਦੇ ਛਕਣ ਨਾਲ ਪ੍ਰਾਪਤ ਕਰਨ ਨਾਲ ਕੋਲ ਜਾ ਕੇ ਸੁਖ ਪਾਇਆ ਹੈ। ਹਉਮੈ ਸੰਗ ਕਰਮ ਸਭ ਕਰਨ ਕਰਮਾ। ਬਾਕੀ ਆ ਜਿਹੜੇ ਸਾਰੇ ਕਰਮ ਕਰਨੇ ਆ ਤੇ ਹਉਮੈ ਦੇ ਸਹਿਤ ਹੀ ਹੈ। ਜਪ ਤਪ ਬ੍ਰਤ ਆਦਿਕ ਜੇ ਧਰਮਾ। ਜਿਹੜਾ ਵੀ ਕਿਸੇ ਦੇਵਤੇ ਨੂੰ ਪ੍ਰਗਟ ਕਰਨ ਵਾਸਤੇ ਜਪ ਕਰਨਾ, ਫਿਰ ਆ ਸਰੀਰ ਨੂੰ ਤਾ ਕੇ ਤਪ ਕਰਨਾ, ਬ੍ਰਤ ਜਿਹੜੇ ਆਦਿਕ ਵਰਤ ਆਦਿਕ ਰੱਖਣੇ ਹੈ। ਸੋ ਕੀਟੀ ਮਗ ਜਨ ਕੈ ਐਸੇ। ਉਹ ਤੇ ਰਾਏ ਸ਼ਿਵ ਨਾਭ ਤੂੰ ਕੀੜੀ ਦੇ ਰਸਤੇ ਵਾਂਗ ਹੀ ਜਾਣ ਲੈ। ਜਿਵੇਂ ਕੀੜੀ ਰੁੱਖ ਤੇ ਚੜ੍ਹਤੇ ਜਾਂਦੀ ਹੈ ਉਹ ਹੌਲੀ ਹੌਲੀ ਪਹੁੰਚਦੀ ਸਿਖਰ ਤੇ। ਵਰਨ ਸਨਾਵਤ ਹਾਂ ਤੁਝ ਜੈਸੇ। ਜਿਸ ਤਰ੍ਹਾਂ ਇਹ ਕੀੜੀ ਦਾ ਰਸਤਾ ਹੈ ਉਹ ਵੀ ਤੈਨੂੰ ਮੈਂ ਕਹਿ ਕੇ ਸੁਣਾਉਂਦਾ ਵੀ ਸੁਣ। ਕੀਤੇ ਜਨਮਾ ਕਰਮ ਸ਼ੁਭ ਕਰਹੀ। ਆ ਮਨੁੱਖ ਇੱਕ ਕੀ ਦੋ ਕੀ ਕਿੰਨੇ ਜਨਮੇ ਸ਼ੁਭ ਕਰਮ ਕਰੇ। ਅੰਤਹ ਕਰਣਾ ਮੈਲ ਪੁਨ ਹਰਹੀ। ਜਿਹੜਾ ਅੰਤःਕਰਨ ਹੈ ਸੰਤੁਸ਼ਟਾ, ਅੰਤःਕਰਨ ਮਨ ਬੁੱਧ ਚਿੱਤ ਹੰਕਾਰ, ਇਹਦੇ ਜਿਹੜੀ ਪਾਪਾਂ ਦੀ ਮੈਲ ਜਨਮਾਂ ਜਨਮਾਂ ਦੀ ਫਿਰ ਕਿਤੇ ਜਾ ਕੇ ਨਾਸ ਹੁੰਦੀ। ਕਿੰਨੇ ਜਨਮੀ ਸ਼ੁਭ ਕਰਮ ਕੀਤਿਆਂ। ਮਿਲਹਿ ਗੁਰੂ ਤਬ ਦੇ ਉਪਦੇਸ਼ਾ। ਫਿਰ ਬੜੀ ਮਹਾਨ ਕਿਰਪਾ ਹੋਵੇ ਤੇ ਬ੍ਰਹਮ ਨੇਸ਼ਟੀ ਬ੍ਰਹਮ ਸੋਤਰੀ ਸਰੋਤਰੀ ਗੁਰੂ ਮਿਲ ਜਾਣ ਤੇ ਖੁਸ਼ ਹੋ ਕੇ ਉਪਦੇਸ਼ ਦੇਣ। ਮੋਚ ਹੈ ਬੰਧਨ ਜਗਤ ਕਲੇਸ਼ਾ। ਤਾਂ ਕਿਤੇ ਜਾ ਕੇ ਜਿਹੜੇ ਜਗਤ ਦੇ 5 ਪ੍ਰਕਾਰ ਦੇ ਕਲੇਸ਼ ਹੈ, ਮੋਹ ਮਮਤਾ ਦੇ ਬੰਧਨ ਹੈ, ਉਹਨਾਂ ਤੋਂ ਗੁਰੂ ਛੁਡਾ ਲੈਂਦੇ ਹੈ। ਆਸ ਪ੍ਰਕਾਰ ਪਹੁੰਚ ਹੈ ਤਹ ਜਾਈ। ਇਸ ਤਰ੍ਹਾਂ ਨਾਲ ਉਹ ਮਨੁੱਖ ਕਿੰਨੇ ਜਨਮੀ ਸ਼ੁਭ ਕਰਮ ਕਰਕੇ ਤੇ ਇਸ ਥਾਂ ਜਾ ਪਹੁੰਚਦਾ ਹੈ। ਫਲ ਰੂਪੀ ਜੋ ਮੁਕਤ ਸੁਨਾਈ। ਜੋ ਤੈਨੂੰ ਮੁਕਤੀ ਰੂਪੀ ਫਲ ਮੈਂ ਸੁਣਾਇਆ ਹੈ ਰਾਜਨ। ਹਉਮੈ ਤਜਨੇ ਕੀ ਬਹੁ ਗਾਥਾ। ਜਿਹੜੀ ਹਉਮੈ ਹੰਕਾਰ ਛੱਡਣ ਦੀ ਕਥਾ ਸੀ। ਉਚਰੀ ਮਨ ਸੁਖ ਨ੍ਰਿਪ ਕੇ ਸਾਥਾ। ਮਨ ਸੁਖ ਸ਼ਾਨ ਰਾਜੇ ਦੇ ਨਾਲ ਬੜੀ ਤਰ੍ਹਾਂ ਉਹ ਨਾਲ ਬਾਣੀ ਦੇ ਰਾਹੀਂ ਕਹੀ ਹੈ ਕਿ ਰਾਜਨ ਗੁਰੂ ਮਹਾਰਾਜ ਤੇ ਇਵੇਂ ਕਹਿੰਦੇ ਆ, ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖੱਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੇ ਹਉ ਵਿੱਚ ਰੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਉਮੈ ਦੀਰਘ ਰੋਗ ਹੈ, ਹਉਮੈ ਇਹ ਬੰਦਨਾ ਫਿਰ ਜੋਨੀ ਪਾਹੈ। ਇਹ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਤਰ੍ਹਾਂ ਤਰ੍ਹਾਂ ਨਾਲ ਉਚਾਰ ਕੇ ਤੇ ਮਨ ਸੁਖ ਸ਼ਾਨੇ ਰਾਜੇ ਨੂੰ ਕਹੀ ਹੈ ਹਉਮੈ ਦੇ ਸੰਬੰਧ ਵਿੱਚ। ਕਹੀ ਸ਼ਾਹੋ ਕੀ ਬਾਣੀ ਜੋਈ। ਜੋ ਮਨ ਸੁਖ ਸ਼ਾਹ ਦੀ ਕਹੀ ਹੋਈ ਸਤਿਗੁਰਾਂ ਦੀ ਬਾਣੀ।
ਸਗਰੋ ਮਰਮਾ ਭੇਦ ਕੀ ਸੋਈ। ਇਹ ਜਿਹੜਾ ਰਾਜਾ ਸ਼ਿਵ ਨਾਮ, ਇਹਦਾ ਮਰਮ ਵਾਲਾ ਸਥਾਨ ਭਾਵ ਜਿਹੜਾ ਮਨ ਹੈ ਨਾ, ਹਿਰਦਾ ਭੇਦ ਵਾਲਾ ਸਥਾਨ, ਉਹ ਭੇਦਿਆ ਗਿਆ, ਵਿੰਨਿਆ ਗਿਆ ਹੈ ਬਾਣੀ ਨਾਲ। ਕਸੀ ਤੁਫੰਗ ਮਾਰਿਆ ਜੈਸੇ। ਮਾਰੀਏ ਜੈਸੇ, ਜਿਸ ਤਰ੍ਹਾਂ ਆ ਬੰਦੂਕ ਨੂੰ ਚੰਗੀ ਤਰ੍ਹਾਂ ਕੱਸ ਕੇ ਤੇ ਉਹਦੇ ਵਿੱਚੋਂ ਘੋੜਾ ਜਿਹਾ ਦੱਬ ਕੇ ਗੋਲੀ ਮਾਰੀਏ। ਘਾਇਲ ਭਇਓ ਭਵਾਲੂ ਤਾਸੇ। ਤੇ ਉਹ ਜਿਹੜਾ ਵੈਰੀ ਦੁਸ਼ਮਣ ਹੈ ਉਹ ਘਾਇਲ ਹੋ ਜਾਂਦਾ ਹੈ, ਉਹਨੂੰ ਪਾਰ ਕਰਕੇ ਲੰਘ ਜਾਂਦੀ, ਵਿੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਉਹ ਕਮਾਈ ਹੈ ਨਾ ਭਾਈ ਮਾਨਸੁਖ ਸ਼ਾਹ ਦੀ, ਉਹ ਐਸੇ ਬਚਨ ਕੀਤੇ ਹੈ, ਪਾਰ ਲੰਘ ਗਏ ਹੈ, ਰਾਜੇ ਦੇ ਹਿਰਦੇ ਵਿੱਚ ਦੀ ਵਿੰਨ ਗਏ ਹਨ ਬਚਨ। ਸ਼ੂਸ਼ੀ ਤੁਬਕ ਘਾਉ ਨਹਿ ਕਰਈ। ਸ਼ੂਸ਼ੀ ਜਿਹੜੀ ਹੈ ਤੁਬਕ ਬੰਦੂਕ ਹੈ, ਉਹ ਜ਼ਖਮ ਨਹੀਂ ਕਰਦੀ। ਬਿਨਾ ਕਮਾਏ ਸੋ ਐਸ ਉਚਰਈ। ਇਸੇ ਤਰ੍ਹਾਂ ਬਿਨਾਂ ਕਮਾਈ ਤੋਂ ਜਿਹੜਾ ਉਹ ਕੁਝ ਕਹਿਣਾ, ਕਿਸੇ ਨੂੰ ਕੋਈ ਗੱਲ ਕਹਿਣੀ ਹੈ, ਉਚਾਰਨਾ ਉਹ ਕੰਮ ਨਹੀਂ ਕਰਦਾ, ਭਾਵੇਂ ਕੋਈ ਕਿੰਨਾ ਬੋਲੀ ਜਾਵੇ। ਗਾਟੀ ਭਰੀ ਚੱਲੈ ਜਿਹ ਥਾਈ। ਜਿਵੇਂ ਕੋਈ ਆ ਗੱਡੀ ਹੈ ਬੜੀ ਭਰੀ ਹੋਵੇ, ਤੇ ਭਰੀ ਹੋਈ ਗੱਡੀ ਜਿਸ ਥਾਂ ਵੀ ਚੱਲਦੀ ਹੈ, ਜਾਂਦੀ ਹੈ, ਤੋਰਤ ਧਰਨੀ ਕੋ ਸੋ ਜਾਈ। ਉਹ ਜਾਂਦੀ ਜਾਂਦੀ ਗੱਡੀ ਧਰਤੀ ਨੂੰ ਤੋੜਦੀ ਜਾਂਦੀ, ਲੀਹਾਂ ਪੈੜਾਂ ਪਾਉਂਦੀ ਜਾਂਦੀ ਹੈ। ਸ਼ੂਸ਼ੀ ਜਾਏ ਉਪਰੇ ਪੋਲੀ। ਜਿਹੜੀ ਖਾਲੀ ਹੁੰਦੀ ਹੈ ਗੱਡੀ, ਉਹ ਉੱਪਰ ਰਸਤੇ ਤੇ ਪੋਲੀ ਜਾਂਦੀ, ਕੋਈ ਪੈੜ ਨਹੀਂ ਪਾਉਂਦੀ, ਕੋਈ ਉਹ ਲੀਹਾਂ ਨਹੀਂ ਪਾਉਂਦੀ। ਜੋ ਮਨ ਸੁਖ ਕੀ ਜਾਨਹ ਬੋਲੀ। ਇੱਥੇ ਮਨਸੁਖ ਦੀ ਜਗ੍ਹਾ ਮਨਮੁਖ ਪਾੜ ਸਹੀ ਹੈ ਵੀ, ਤਿਉ ਮਨਮੁਖ ਦੀ ਜਾਣੋ ਬੋਲੀ। ਮਨਮੁਖ ਦਾ ਬੋਲਿਆ ਹੋਇਆ ਵੀ ਖਾਲੀ ਗੱਡੀ ਵਾਂਗ ਹੈ, ਜਿਵੇਂ ਖਾਲੀ ਗੱਡੀ ਉਹ ਬਹੁਤੀ ਭੁੜਕਦੀ ਹੈ, ਕੁਝ ਨਹੀਂ ਕਰਦੀ ਹੈ। ਇਸੇ ਤਰ੍ਹਾਂ ਜਿਹੜਾ ਬਿਨਾਂ ਕਮਾਈ ਤੋਂ ਬੋਲਣਾ ਸਾਡੇ ਵਰਗਿਆਂ ਦਾ ਉਹ ਕੰਮ ਨਹੀਂ ਕਰਦਾ। ਕਹੇ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੁ ਨਾ ਡੋਲੈ। ਭਗਤ ਮਹਾਰਾਜ ਕਹਿੰਦੇ ਜਿਹੜਾ ਛੂਛਾ ਖਾਲੀ ਘੜਾ ਉਹ ਤੇ ਬਹੁਤ ਠਣਕਦਾ ਹੈ, ਤੇ ਜਿਹੜਾ ਭਰਿਆ ਉਹ ਨਹੀਂ ਡੋਲਦਾ, ਉਹ ਨਹੀਂ ਬਹੁਤਾ ਬੋਲਦਾ। ਭਾਂਡਾ ਖਾਲੀ ਬਹੁਤਾ ਖੜਕੇਗਾ, ਭਰਿਆ ਨਹੀਂ ਖੜਕੇਗਾ। ਇਸੇ ਤਰ੍ਹਾਂ ਜਿਹਦੀ ਕਮਾਈ ਨਹੀਂ ਹੈ ਉਹਦਾ ਤੇ ਖਾਲੀ ਗੱਡੀ ਵਾਲਾ ਹਾਲ ਹੈ, ਖਾਲੀ ਬੰਦੂਕ ਵਾਲਾ ਹਾਲ ਹੈ। ਉਹ ਖਾਲੀ ਬੰਦੂਕ ਜਿਵੇਂ ਕਿਸੇ ਨੂੰ ਲਾ ਨਹੀਂ ਸਕਦੀ, ਗੋਲੀ ਵੱਜ ਨਹੀਂ ਸਕਦੀ, ਜ਼ਖਮ ਨਹੀਂ ਕਰ ਸਕਦੀ। ਇਸੇ ਤਰ੍ਹਾਂ ਉਹ ਬਿਨਾਂ ਕਮਾਈ ਤੋਂ ਬੋਲਿਆ ਹੋਇਆ ਬਚਨ ਕੰਮ ਨਹੀਂ ਕਰਦਾ ਹੈ। ਉਹ ਬਿਨਾਂ ਕਮਾਈ ਤੋਂ ਬੋਲੇ ਹੋਏ ਬਚਨ ਸਭ ਵਿਅਰਥ ਹਨ। ਗੁਰਮੁਖ ਮਨਸੁਖ ਕੀ ਸ਼ੁਭ ਬਾਣੀ। ਜੋ ਮਨਸੁਖ ਸ਼ਾਹ ਦੇ ਗੁਰਮੁਖ ਹੈ ਤੇਰੀ ਬੜੀ ਚੰਗੀ ਬਾਣੀ ਹੈ। ਨੀਕੇ ਲਿਪਾ ਕੈ ਮਨ ਮੈਂ ਮਾਨੀ। ਰਾਜੇ ਸ਼ਿਵ ਨਾਮ ਨੇ ਚੰਗੀ ਤਰ੍ਹਾਂ ਮਨ ਵਿੱਚ ਮੰਨੀ ਹੈ, ਇਹਦੇ ਅੰਦਰ ਧਸ ਗਈ ਹੈ। ਸੁਨ ਬਚ ਹੋਇ ਸ਼ਿਵ ਨਾਮ ਅਚੰਬਾ। ਸੁਣ ਸ਼ਿਵ ਨਾਮ ਰਾਜਾ ਇਹ ਮਨਸੁਖ ਸ਼ਾਹ ਦੇ ਬਚਨ ਅਚੰਭਾ ਜਿਹਾ ਹੋ ਗਿਆ, ਅਚਰਜ ਹੋ ਗਿਆ ਹੈ। ਜਾਨੀ ਮਨ ਇਹ ਕਹਿਤ ਅਦੰਬਾ। ਮਨ ਵਿੱਚ ਇਹ ਗੱਲ ਜਾਣ ਲਈ ਹੈ ਵੀ ਇਹ ਜੋ ਕਹਿ ਰਿਹਾ ਬਿਨਾਂ ਛਲ ਫਰੇਬ ਬਿਨਾਂ ਕਪਟ ਦੇ ਕਹਿ ਰਿਹਾ, ਬਿਲਕੁਲ ਸੱਚ ਕਹਿ ਰਿਹਾ ਹੈ। ਇਸ ਕੋ ਮਿਲਿਓ ਗੁਰੂ ਕੋ ਪੂਰਾ। ਇਸ ਮਨਸੁਖ ਸ਼ਾਹ ਨੂੰ ਜ਼ਰੂਰ ਕੋਈ ਗੁਰੂ ਹੀ ਪੂਰਾ ਮਿਲਿਆ ਹੈ। ਪਾਇਓ ਗਿਆਨ ਕਿਉ ਭ੍ਰਮ ਦੂਰਾ। ਜਿਸ ਕਰਕੇ ਨੇ ਉਹਨਾਂ ਤੋਂ ਬ੍ਰਹਮ ਗਿਆਨ ਪਾਇਆ ਹੈ ਤੇ ਜਿਹੜਾ ਭਰਮ ਭੁਲੇਖਾ ਦੂਰ ਕੀਤਾ ਹੈ। ਆਸ ਵਿਚਾਰ ਕਰ ਬੋਲਿਓ ਬਾਣੀ। ਐਵੇਂ ਹਿਰਦੇ ਵਿੱਚ ਵਿਚਾਰ ਕਰਕੇ ਫਿਰ ਰਾਜਾ ਬੋਲਿਆ ਹੈ। ਧਨ ਸ਼ਾਹੋ ਸੁਮਤੇ ਗੁਣ ਖਾਨੀ। ਧਨ ਹੈ ਤੂੰ ਮਨਸੁਖ ਸ਼ਾਹ ਸ੍ਰੇਸ਼ਟ ਮਤ ਵਾਲੇ, ਤੂੰ ਤੇ ਗੁਣਾਂ ਦੀ ਖਾਨ ਹੈ। ਕੌਣ ਗੁਰੂ ਤਵ ਨਾਮ ਅਲਾਵ ਹੋ। ਐ ਪਿਆਰੇ ਦੱਸ ਤੇਰਾ ਗੁਰੂ ਕੌਣ ਹੈ, ਉਹਦਾ ਨਾਮ ਕਹਿ। ਤਿਨ ਕੀ ਬਾਣੀ ਬਹਰ ਸੁਨਾਵ ਹੋ। ਉਹਨਾਂ ਦੀ ਜਿਹੜੀ ਸੋਹਣੀ ਬਾਣੀ ਹੈ ਜਿਹੜੀ ਤੂੰ ਪੜ੍ਹਦਾ ਮੈਨੂੰ ਫਿਰ ਸੁਣਾ ਚੰਗੀ ਤਰ੍ਹਾਂ। ਜਿਹ ਕਾ ਨਿਕਟ ਵਿਵੇਕ ਪਾਵਾ। ਜਿਨ੍ਹਾਂ ਗੁਰਾਂ ਦੇ ਕੋਲ ਰਹਿ ਕੇ ਤੂੰ ਜੀਵ ਈਸ਼ ਦੀ ਏਕਤਾ ਦਾ ਗਿਆਨ ਪਾਇਆ, ਅਭੇਦ ਗਿਆਨ ਪਾਇਆ, ਬ੍ਰਹਮ ਗਿਆਨ ਪਾਇਆ ਹੈ। ਕੋ ਅਸ ਨਾਮ ਸ੍ਰੀ ਗੁਰ
ਕੋ ਅਸ ਕਲ ਮਹਿ ਜਗ ਪ੍ਰਗਟਾਵਾ। ਵੀ ਕੌਣ ਹੈ ਐਸਾ ਸਤਿਪੁਰਸ਼, ਐਸਾ ਗੁਰੂ ਮਹਾਨ ਜਿਹੜਾ ਕਲਯੁਗ ਦੇ ਵਿੱਚ ਪ੍ਰਗਟ ਹੋ ਗਿਆ ਹੈ। ਸੁਨ ਨਰੇਸ਼ ਕੇ ਮਨ ਸੁਖ ਬੈਨਾ। ਭਾਈ ਮਾਨਸੁਖ ਸ਼ਾਹ ਇਹ ਰਾਜੇ ਦੇ ਵਚਨ ਸੁਣ ਕੇ ਕਹਿਓ ਨਾਮ ਸ੍ਰੀ ਗੁਰ ਗੁਣ ਐਨਾ। ਕਿਆ ਹੈ ਵੀ ਰਾਜਨ ਜੋ ਗੁਣਾ ਦੇ ਘਰ ਹੈ ਮੇਰੇ ਸ੍ਰੀ ਗੁਰੂ ਮਹਾਰਾਜ ਉਹਨਾਂ ਦਾ ਨਾਮ ਮੈਂ ਕਹਿਣਾ ਹਾਂ। ਸ੍ਰੀ ਨਾਨਕ ਸਭ ਪਤ ਕਹਾਰੀ। ਉਹਨਾਂ ਦਾ ਨਾਮ ਤੂੰ ਸੁਣ ਲਿਓ ਤੇ ਸ੍ਰੀ ਗੁਰੂ ਨਾਨਕ ਦੇ ਪਰਮੇਸ਼ਰ ਰੂਪ ਤੇ ਜੋ ਸਾਰੇ ਪਾਪਾਂ ਦੇ ਨਾਸ ਕਰਤਾ ਹਨ। ਆਸ ਕਹਿ ਪ੍ਰੇਮ ਵੱਡਿਓ ਔਰ ਭਾਰੀ। ਇਸ ਤਰ੍ਹਾਂ ਕਹਿ ਕੇ ਮਨਸੁਖ ਦੇ ਹਿਰਦੇ ਵਿੱਚ ਤੇ ਬਹੁਤ ਪ੍ਰੇਮ ਵੱਧ ਗਿਆ ਹੈ। ਗਦ ਗਦ ਬਾਣੀ ਭੁੱਲ ਕੇ ਅੰਗਾ। ਇਹਦੀ ਜਿਹੜੀ ਬਾਣੀ ਮਨਸੁਖ ਸ਼ਾਹ ਦੀ ਗਦ ਗਦ ਹੋ ਗਈ, ਕੰਠ ਰੁਕ ਗਿਆ ਹੈ, ਜਿਹੜੇ ਅੰਗਾਂ ਵਿੱਚ ਪੁਲਕਾਵਲੀ ਹੋ ਗਈ, ਰੋਮ ਰੋਮ ਖੜਾ ਹੋ ਗਿਆ ਹੈ। ਲੋਚਨ ਸ਼ਾਵਾ ਨੀਰ ਉਮੰਗਾ। ਪ੍ਰੇਮ ਦੇ ਕਰਕੇ ਨੇਤਰਾਂ ਵਿੱਚ ਐਸਾ ਪ੍ਰੇਮ ਦਾ ਉਛਾਲ ਉੱਠਿਆ ਵੀ ਨੇਤਰਾਂ ਵਿੱਚ ਤੇ ਜਾਲੀ ਛਾ ਗਿਆ ਹੈ। ਇਸੇ ਤਰ੍ਹਾਂ ਜਦੋਂ ਕਿਹਾ ਹੈ ਨਾ ਵੀ ਮੇਰੇ ਗੁਰੂ ਨਾਨਕ ਦੇਵ ਜੀ ਇਹ ਗੁਰੂ, ਸੁਣ ਕਰਕੇ ਰਾਜੇ ਸ਼ਿਵ ਨਾਮ ਦੀ ਬਾਣੀ ਵੀ ਗਦ ਗਦ ਹੋ ਗਈ, ਕੰਠ ਭਰ ਆਇਆ ਹੈ, ਰੋਮ ਰੋਮ ਲੂੰ ਕੰਡੇ ਖੜੇ ਹੋ ਗਏ ਹੈ, ਅੱਖਾਂ ਨੇਤਰਾਂ ਵਿੱਚ ਜਾਲ ਛਾ ਗਿਆ ਹੈ। ਉਹ ਪ੍ਰੇਮ ਦਾ ਹੀ ਜਾਲ ਉਛਲ ਆਇਆ ਵੀ ਵੇਖੋ ਇੱਕ ਇਹ ਹੈ ਗੁਰੂ ਕਾ ਸਿੱਖ ਮਹਾਨ ਜਿਹੜਾ ਵੀ ਗੁਰੂ ਦੇ ਪਾਸੋਂ ਗਿਆਨ ਪ੍ਰਾਪਤ ਕੀਤਾ, ਬ੍ਰਹਮ ਗਿਆਨ ਲਿਆ ਹੈ। ਇੱਕ ਪਾਸੇ ਮੈਂ ਪੱਥਰਾਂ ਨੂੰ ਸਿਰ ਮਾਰਦਾ ਫਿਰ ਰਿਹਾ, ਮੈਂ ਰਾਜਾ ਹਾਂ ਫਿਰ ਵੀ ਖਾਲੀ ਹਾਂ। ਇੱਧਰ ਇਹ ਬਾਣੀਆਂ ਵੇਖੋ ਕਿੰਨਾ ਪਰਮੇਸ਼ਰ ਨਾਲ ਗੁਰੂ ਮਹਾਰਾਜ ਜੁੜਿਆ ਹੋਇਆ ਹੈ। ਇਹ ਤੇ ਧੰਨ ਹੈ, ਇਹਦੇ ਗੁਰੂ ਵੀ ਧੰਨ ਹੈ ਵੀ ਜਿਨ੍ਹਾਂ ਗੁਰਾਂ ਦੀ ਸਿੱਖਿਆ ਇਹਨੇ ਲਈ ਹੈ ਤੇ ਇਹਦੇ ਬਚਨ ਸੁਣ ਕੇ ਸਾਡੇ ਵਰਗਿਆਂ ਦੇ ਹਿਰਦੇ ਵਿੰਨੇ ਗਏ ਹੈ। ਇਸ ਦਾ ਗੁਰੂ ਕੈਸਾ ਹੋਊਗਾ। ਫਿਰ ਇਹ ਮਨਸੁਖ ਸ਼ਾਹ ਤੋਂ ਸੁਣ ਕੇ ਸ਼ਿਵ ਨਾਮ ਰਾਜਾ ਬੜਾ ਕਾਹਲਾ ਪਿਆ ਕਿ ਜੋ ਤੇਰੇ ਗੁਰੂ ਹੈ ਮੈਨੂੰ ਉਹਨਾਂ ਦਾ ਦਰਸ਼ਨ ਕਰਾ। ਫਿਰ ਇਹ ਕਹਿਣ ਲੱਗਾ ਵੀ ਰਾਜਨ ਤੂੰ ਇੱਥੇ ਬੈਠ ਜਾ, ਤੈਨੂੰ ਉਹਨਾਂ ਨੂੰ ਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਜਾਣ ਦੀ, ਉਹ ਆਪੇ ਤੈਨੂੰ ਦਰਸ਼ਨ ਦੇ ਦੇਣਗੇ, ਉਹ ਅੰਤਰਜਾਮੀ ਹੈ ਮੇਰੇ ਗੁਰੂ। ਇਹ ਸੁਣ ਕੇ ਰਾਜਾ ਜਿਹੜਾ ਨਿਹਾਲੋ ਨਿਹਾਲ ਹੋ ਗਿਆ ਵੀ ਮਨਸੁਖ ਸ਼ਾਹ ਦੇ ਧੰਨ ਹੈ ਜਿਸ ਨੇ ਐਸਾ ਮਹਾਨ ਗਿਆਨ ਪਾਇਆ ਹੈ। ਅਸੀਂ ਆ ਭੁੱਖੇ ਵੀ ਮਰਦੇ ਹਾਂ 15 ਦਿਨੀ, ਇਹ 3 ਮੇਲ ਦਾ ਪ੍ਰਸ਼ਾਦ ਵੀ ਸਵੇਰੇ ਸ਼ਾਮੀ ਛਕਦਾ ਬਣਾ ਕੇ, ਨਾਲੇ ਇਸ਼ਨਾਨ ਕਰਦਾ ਹੈ, ਬੰਦਗੀ ਕਰਦਾ ਹੈ, ਸੁੱਖ ਮਾਣ ਰਿਹਾ ਹੈ। ਜਿੱਥੇ ਜੀਅ ਕਰਦਾ ਉੱਥੇ ਆਪਣੇ ਭਗਤੀ ਸ਼ੁਰੂ ਕਰ ਲੈਂਦਾ ਹੈ। ਅਤੇ ਮੈਂ ਜਿਹੜਾ ਕਿੰਨਾ ਉਕਰਾਹੇ ਪਿਆ ਹੋਇਆ ਕਹਿ ਇਹਨੂੰ ਰਿਹਾ ਹਾਂ। ਫਿਰ ਮਨ ਵਿੱਚ ਬੜਾ ਪਛਤਾਵਾ ਕਰਦਾ ਹੈ ਅਤੇ ਗੁਰੂ ਮਹਾਰਾਜ ਦਰਸ਼ਨਾਂ ਦੀ ਚਾਹਨਾ ਕਰਦਾ। ਸ਼ਿਵਨਾਭ ਰਾਜਾ ਬੜੇ ਦਰਸ਼ਨਾਂ ਦੀ ਚਾਹਨਾ ਹੋਣੇ ਕਰਕੇ ਗੁਰੂ ਮਹਾਰਾਜ ਜਾਂਦੇ ਹੈ। ਜਿਵੇਂ ਉੱਥੇ ਜਾ ਕੇ ਰਾਜਾ ਸ਼ਿਵਨਾਭ ਬੜੀ ਤਰ੍ਹਾਂ ਤਰ੍ਹਾਂ ਦੀ ਸਤਿਗੁਰੂ ਜੀ ਨੂੰ ਪਰਖਣਾ ਕਰਦਾ ਹੈ ਵੀ ਸੱਚਮੁੱਚ ਉਹੀ ਹੈ। ਅਤੇ ਗੁਰੂ ਮਹਾਰਾਜ ਸਭ ਆਪਣੀ ਮਹਿਮਾ ਜਣਾਉਂਦੇ ਹੈ। ਫਿਰ ਇਹ ਦਰਸ਼ਨ ਕਰਦਾ, ਉਹ ਵੀ ਪ੍ਰਸੰਗ ਹੌਲੀ ਹੌਲੀ ਅੱਗੇ ਆ ਹੀ ਜਾਣੇ, ਆਪਾਂ ਸਰਵਣ ਕਰਾਂਗੇ। ਹੁਣ ਆਪਾਂ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ। ਸ੍ਰੀ ਨਾਨਕ ਸਭ ਪਾਤ ਕਹਾਰੀ। ਆਸ ਕਹਿ ਪ੍ਰੇਮਾ ਵੱਡਿਓ ਔਰ ਭਾਰੀ। ਗਦ ਗਦ ਬਾਣੀ ਭੁੱਲ ਕੇ ਅੰਗਾ। ਲੋਚਨ ਸ਼ਾਵਾ ਨੀਰ ਉਮੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।